हाँ जी दोस्तों, स्वागत है ਤੁਹਾਡਾ ਤੁਹਾਡੇ ਆਪਣੇ ਇਸ ਚੈਨਲ ਤੇ ਜਿਹਦਾ ਨਾਮ ਹੈ ਲੁੱਕ ਫॉर ਨੌਲੇਜ। ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਪੰਜਾਬ ਬੋਰਡ ਦੇ ਸਪੈਸ਼ਲੀ ਬੱਚਿਆਂ ਦੇ ਲਈ ਪੰਜਾਬੀ ਦੇ ਵਿੱਚ ਮੈਥਸ ਦਾ ਪੇਪਰ। ਠੀਕ ਹੈ, ਸੈਂਪਲ ਪੇਪਰ ਕਰਾਂਗੇ ਜਿਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਬਹੁ ਵਿਕਲਪੀ ਪ੍ਰਸ਼ਨ ਜਿਨ੍ਹਾਂ ਦੀ ਵੈਲਿਊ 1 ਨੰਬਰ ਹੈ। ਠੀਕ ਹੈ, ਇਹ ਸਰ ਜੀ ਤੁਹਾਨੂੰ 1 ਤੋਂ ਲੈ ਕੇ 16 ਤੱਕ ਦੇ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ ਆਉਣਗੇ ਪੇਪਰ ਦੇ ਵਿੱਚ, ਜਿਵੇਂ ਕਿ ਕੁਝ ਪੈਟਰਨ ਵੀ ਚੇਂਜ ਹੋ ਚੁੱਕਿਆ ਹੈ ਪੰਜਾਬ ਬੋਰਡ ਦੇ ਵੱਲੋਂ। ठीक है, ਆਪਾਂ ਉਹਦੇ ਅਕੋਰਡਿੰਗ ਨਵੇਂ ਪੈਟਰਨ ਦੇ ਅਕੋਰਡਿੰਗ ਹੀ ਪ੍ਰਸ਼ਨਾਂ ਨੂੰ ਹੱਲ ਕਰਾਂਗੇ। ਠੀਕ ਹੈ, ਉਹੀ ਸਿਲੇਬਸ ਜਿਹੜਾ ਕਿ ਤੁਹਾਡੇ ਕੱਟ ਹੋ ਕੇ ਆਇਆ ਹੈ ਉਹਦੇ ਅਕੋਰਡਿੰਗ ਹੀ ਸਾਰੇ ਪ੍ਰਸ਼ਨ ਸੋਲਵ ਕੀਤੇ ਜਾਣਗੇ। ਤੇ ਮੈਂ ਚਲੋ ਅੱਜ ਤੁਹਾਡੇ ਨਾਲ ਕਰਦੇ ਹਾਂ ਇਹਨੂੰ ਸਾਂਝਾ ਪ੍ਰਸ਼ਨਾਂ ਨੂੰ ਤੇ ਲੈਣੇ ਆ ਅੱਜ ਦਾ ਪਹਿਲਾ ਪ੍ਰਸ਼ਨ। ਠੀਕ ਹੈ ਜੀ, ਚਲਿਏ ਜੀ। ਪਹਿਲਾ ਪ੍ਰਸ਼ਨ ਹੈ, ਦਿੱਤੇ ਗੁਣਨਖੰਡ ਰੁੱਖ ਵਿੱਚ अज्ञात अंक की होवेगा। ठीक है जी, उन्होंने अपने तो इस थां की वैल्यू पूछी है, इत्थे की आना चाहिए है। ठीक है जी, ये हैगा है अपना एक गुणनखंड। ठीक है, इनू गुणनखंड जिहड़ा हैगा ट्री फैक्टराइजेशन ट्री भी कहा जाता है इंग्लिश दे विच। ठीक है जी, अपने तो इत्थों की वैल्यू पूछी है। तुहानू पता है जी, जो आप 18 दे फैक्टर करते हैं, गुणनखंड करते हैं, ठीक है, या तो आप जी 2 तो स्टार्ट करते हैं क्योंकि ये 2 नाल भी डिवाइड हो जाता है। जिवें कि हुण इत्थे आपां नूं पता है कि इन्होंने 3 दे नाल स्टार्ट किया है, तां इहनूं 3 दे नाल डिवाइड करके जिहड़ी वैल्यू इत्थे आऊगी ਉਹੀ वैल्यू अपनी ਇਹਦੀ ਜਿਹੜਾ ਆਪਣੇ ਤੋਂ ਇਹ ਰਿक्त ਸਥਾਨ ਪੁੱਛਿਆ ਗਿਆ ਜਾਂ ਇਹ ਖਾਲੀ ਥਾਂ ਜਿਹੜਾ ਅਗਿਆਤ ਪੁੱਛਿਆ ਗਿਆ ਹੈ, ਇਹ ਅਗਿਆਤ ਵੈਲਿਊ ਆਏਗੀ। ਤਾਂ ਇੱਥੇ ਕੀ ਆਊਗਾ ਜੀ 6, ਕਿਉਂਕਿ 3 ਦੇ ਨਾਲ ਜਦੋਂ 18 ਨੂੰ ਆਪਾਂ ਡਿਵਾਈਡ ਕਰਦੇ ਆ ਕੀ ਹੁੰਦਾ ਹੈ 6। ਤਾਂ ਪਹਿਲੇ ਦਾ ਆਨਸਰ ਕੀ ਆਊਗਾ ਜੀ ਬੀ ਆਪਸ਼ਨ। ਹੁਣ ਜੀ ਦੂਜਾ ਕੁਐਸਚਨ ਲੈਂਦੇ ਹਾਂ। ਇੱਥੇ ਆਪਾਂ ਨੂੰ ਇੱਕ ਸਮੀਕਰਨ ਦਿੱਤੀ ਗਈ ਹੈ, ਇਹਨੂੰ ਕੁਆਡਰਿਕ ਇਕੁਏਸ਼ਨ ਜਾਂ ਦੋ ਘਾਤੀ ਬਹੁਪਦ ਦੀ ਇਕੁਏਸ਼ਨ ਕਿਹਾ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਆਪਣੇ ਤੋਂ ਪੁੱਛਿਆ ਗਿਆ ਹੈ ਕਿ ਜਿਹੜਾ C/A ਹੈ ਉਹ ਇਸ ਇਕੁਏਸ਼ਨ ਦਾ ਸਿਫਰਾਂ ਦੇ ਨਾਲ ਕੀ ਸੰਬੰਧ ਹੈ। ਠੀਕ ਹੈ, C/A ਇਸ ਇਕੁਏਸ਼ਨ ਦੇ ਅਕੋਰਡਿੰਗ, ਇਸ ਸਮੀਕਰਨ ਦੇ ਅਕੋਰਡਿੰਗ ਕੀ ਹੁੰਦਾ ਹੈ। ਬੱਚੇ ਤੁਹਾਨੂੰ ਪਤਾ ਹੈ ਜਿਹੜੇ ਸਿਫਰ ਹੁੰਦੇ ਆ ਉਹਨੂੰ ਆਪਾਂ ਐਲਫਾ ਤੇ ਬੀਟਾ ਦੇ ਨਾਲ ਲਿਖਦੇ ਹਾਂ। ਠੀਕ ਹੈ, ਤੇ ਕਿਸੇ ਵੀ ਕੁਆਡਰਿਕ ਇਕੁਏਸ਼ਨ ਦੇ ਜਾਂ ਦੋ ਘਾਤੀ ਸਮੀਕਰਨ ਦੇ ਸਿਫਰਾਂ ਦਾ ਜਿਹੜਾ ਜੋੜ ਹੁੰਦਾ ਹੈ, ठीक है, ਉਹਨੂੰ ਆਪਾਂ ਲਿਖਿਆ ਜਾਂਦਾ ਹੈ -b/a। ਠੀਕ ਹੈ ਜੀ, ਇੱਥੇ -b ਆ ਵਾਲਾ ਹੁੰਦਾ ਜੀ, ਇਹ ਆ ਹੁੰਦਾ ਹੈ। ਆਪਣੇ ਤੋਂ ਪੁੱਛਿਆ ਗਿਆ C/A। C/A ਕੀ ਹੁੰਦਾ ਹੈ, ਦੋਨਾਂ ਦਾ ਜਿਹੜਾ ਮਲਟੀਪਲਾਈ ਹੁੰਦਾ ਹੈ, ਪ੍ਰੋਡਕਟ ਹੁੰਦਾ ਹੈ, ਗੁਣਨਫਲ ਹੁੰਦਾ ਹੈ। ਠੀਕ ਹੈ ਜੀ, C/A। ठीक है, ये अपने सिफरां दे नाल की संबंध है, ये इन्हां दा गुणनफल है। ठीक है, देखो पहला ऑप्शन की है C/A सिफरां दा घटाओ है, नहीं जी बिल्कुल नहीं गा घटाओ। ठीक है, C/A सिफरां दी भाग है, नहीं जी बिल्कुल भाग भी नहीं गी। सिफरां दा जोड़फल है, नहीं जी जोड़फल तो -b/a हुंदा है, तां करके ऑप्शन की सही आऊगा C/A सिफरां दा गुणनफल है। ठीक है जी, चलिए जी आप तीजे प्रश्न ते चलते हैं। इत्थे दिता गया y = px ਦੇ ਆਲੇਖ ਲਈ ਸਿਫਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ। ਠੀਕ ਹੈ, ਆਪਣੇ ਤੋਂ ਪੁੱਛਿਆ ਗਿਆ ਹੈ ਕਿ ਇੱਥੇ ਜਿਹੜੇ ਸਿਫਰ ਹੁੰਦੇ ਹੈ ਆਪਣੇ ਜਿਹੜੇ ਅਲਫਾ ਤੇ ਬੀਟਾ ਹੁੰਦੇ ਹੈ, ਠੀਕ ਹੈ, ਜਾਂ ਫਿਰ ਆਪਾਂ ਐ ਕਹਿ ਸਕਦੇ ਹਾਂ ਜਿਹੜੀਆਂ x ਦੀ ਵੈਲਿਊਜ਼ ਆਉਂਦੀਆਂ ਹੈ, ਠੀਕ ਹੈ, x ਦੀ ਵੈਲਿਊਜ਼ ਆਉਂਦੀਆਂ ਹੈ ਉਹ ਕਿੰਨੀਆਂ ਹੋਣਗੀਆਂ। ਦੇਖੋ ਇਸ ਗ੍ਰਾਫ ਦੇ ਅਕੋਰਡਿੰਗ ਆਪਾਂ ਆਨਸਰ ਦੇਣਾ ਹੈ, ਆਪਦੇ ਵੱਲੋਂ ਆਨਸਰ ਨਹੀਂ ਦੇਣਾ। ਠੀਕ ਹੈ, ਆਪਾਂ ਦੇਖਦੇ ਹਾਂ ਜਿਹੜਾ ਇੱਥੇ ਗ੍ਰਾਫ ਹੈ ਆਪਣਾ ਉਹ 3 ਪੁਆਇੰਟ ਤੇ ਕੱਟ ਹੁੰਦਾ ਹੈ, x ਦੇ 3 ਪੁਆਇੰਟ ਤੇ ਇਹ ਕੱਟ ਹੁੰਦਾ ਹੈ, ਇੰਟਰਸੈਕਟ ਕਰਦਾ ਹੈ। ਠੀਕ ਹੈ, ਤਾਂ ਇਸ ਕਰਕੇ कि इत्थे सिफरां दी गिनती कितनी हो जूगी जी 3 हो जूगी। चौथा प्रश्न लेने हैं। समीकरण आपां नूं दित्तियां गईयां है, एक आ वाली ते एक आ वाली, दो समीकरण दित्तियां गईयां है। इन्हां दा पुछया गया है अपने तो कि जिहड़ा K दा मुल है वो कितना है, K दी वैल्यू अपने तो पूछी गई है कितनी है। देखो इहनूं थोड़ा जिहा हल करके देखांगे आपां। ठीक है, इस क्वेश्चन नूं देखो K x - y = 2 दिता है, इत्थे दिता है 6x - 2y = 3 दिता गया है। देखो जो आप सोल्व करते आप 2 नाल मल्टीप्लाई कर दिए। ठीक है, इत्थे आ जाऊगा 2kx - 2y = 4, इत्थे तो 6x - 2y = 4। देखो ये तुसी हल करना सीखिया होया है कि इस समीकरण नूं आपां हल किवें करना है। ठीक है, अपने तो k दी वैल्यू पूछी है, होर किसी दी नहीं पूछी, आपां उहदे अकॉर्डिंग ही क्वेश्चन नूं हल करांगे। देखो माइनस हो जूगा, प्लस हो जूगा, भी माइनस हो जूगा, आपस कट हो जूगा। इत्थे 2x आपां कॉमन लै सकदे हैं, k - 3 इत्थे बच जूगा। ठीक है, इत्थे बचूगा 1।
देखो जी या तो 2x इज इक्वल टू 1 आऊगा या k माइनस 3 इज इक्वल टू 1 ਆਊਗਾ। ਦੇਖੋ ਆਪਾਂ ਨੂੰ x ਦਾ ਵੈਲਿਊ ਨਹੀਂ ਚਾਹੀਦੀ, x ਦਾ ਹੱਲ ਨਹੀਂ ਚਾਹੀਦਾ, ਆਪਾਂ ਨੂੰ ਮੁੱਲ ਕਿਹਦਾ ਚਾਹੀਦਾ ਹੈ k ਦਾ। ਤਾਂ ਆਪਾਂ ਸਿਰਫ k ਵਾਲੀ ਨੂੰ ਹੱਲ ਕਰਾਂਗੇ। k ਇਜ਼ ਇਕੁਅਲ ਟੂ ਕਿੰਨਾ ਆ ਜਾਊਗਾ 4। ਦੇਖੋ ਜੀ ਹੁਣ ਧਿਆਨ ਨਾਲ ਦੇਖਿਓ ਇਸ ਕੁਐਸਚਨ ਨੂੰ, k ਇਜ਼ ਇਕੁਅਲ ਟੂ 4 ਆਇਆ, 4 ਸਾਡੇ ਆਪਸ਼ਨ ਦੇ ਵਿੱਚ ਕਿਤੇ ਵੀ ਨਹੀਂ ਦਿੱਤਾ ਗਿਆ। ਇਹਦਾ ਮਤਲਬ ਇਹ ਨਹੀਂਗਾ ਕਿ ਇਹ ਕੁਐਸਚਨ ਗਲਤ ਹੈ ਜਾਂ ਇਹਦੇ 'ਚ ਕੋਈ ਗਲਤੀ ਹੈ, ਨਹੀਂ। ਇਹਨੂੰ ਆਪਾਂ ਕਿਸ ਤਰੀਕੇ ਨਾਲ ਲਿਖਣਾ ਹੈ ਉਹ ਦੇਖਣਾ ਹੈ। ਦੇਖੋ ਜੀ k ਦੀ ਵੈਲਿਊ 4 ਦੇ ਇਕੁਅਲ ਹੈ, ਯਾਨੀ ਕਿ 3 ਦੇ ਇਕੁਅਲ ਤਾਂ ਨਹੀਂ ਆ ਸਕਦੀ। ਇਹ ਤਾਂ ਪਹਿਲਾ ਆਪਸ਼ਨ ਆਪਣਾ ਗਲਤ ਹੋ ਗਿਆ। ਨਾ ਹੀ ਆਪਣੀ 0 ਦੇ ਇਕੁਅਲ ਆ ਸਕਦੀ ਹੈ, ਜਦੋਂ ਹੈ ਹੀ 4 ਦੇ ਇਕੁਅਲ, ਹਨਾ, ਆਪਾਂ ਕੱਢ ਰੱਖੀ ਹੈ, ਤਾਂ 0 ਦੇ ਬਰਾਬਰ ਵੀ ਨਹੀਂ ਆਊਗੀ। ਫਿਰ ਦੇਖੋ ਆ ਦੋ ਆਪਸ਼ਨ ਰਹਿ ਗਏ ਕਿ k ਦੀ ਵੈਲਿਊ ਨੋਟ ਇਕੁਅਲ ਟੂ 0, ਜਦੋਂ ਆਪਣੀ ਵੈਲਿਊ 4 ਦੇ ਇਕੁਅਲ ਹੈ, ਠੀਕ ਹੈ। ਤਾਂ ਆਪਾਂ ਦੇਖਾਂਗੇ ਕਿ ਇਹਦੇ ਤੋਂ ਜਸਟ ਛੋਟਾ ਕਿਹੜਾ ਦਿੱਤਾ ਗਿਆ ਆਪਸ਼ਨ ਦੇ ਵਿੱਚ। ਦੇਖੋ ਆਪਸ਼ਨ ਦਿੱਤਾ ਗਿਆ B, ਤੁਹਾਡੇ ਇੱਥੇ B ਆਪਸ਼ਨ ਸਹੀ ਆਊਗਾ ਕਿਉਂਕਿ ਜਸਟ ਛੋਟਾ ਹੈ। k ਦੀ ਵੈਲਿਊ 3 ਦੇ ਇਕੁਅਲ ਨਹੀਂਗੀ, ਬਿਲਕੁਲ ਜੀ ਸਾਡੀ k ਦੀ ਵੈਲਿਊ 3 ਦੇ ਇਕੁਅਲ ਨਹੀਂਗੀ, 3 ਤੋਂ ਵੱਡੀ ਹੈ, ठीक है जी। जस्ट अपना ਇਹਦਾ 1 ਪੁਆਇੰਟ ਪਿੱਛੇ ਵਾਲਾ ਹੀ ਚੱਕਾਂਗੇ, ठीक है। 0 ਨੂੰ ਵੀ ਆਪਾਂ ਨਹੀਂ ਕੰਸੀਡਰ ਕਰਾਂਗੇ, ਇੱਥੇ ਨਹੀਂ ਹੱਲ ਕਰਾਂਗੇ, ਤਾਂ ਆਪਣਾ ਆਪਸ਼ਨ ਕੀ ਬਣ ਜਾਊਗਾ, B ਆਪਸ਼ਨ ਬਣ ਜਾਊਗਾ। ਚਲੋ ਜੀ ਅਗਲਾ ਕੁਐਸਚਨ ਲੈਣੇ ਹਾਂ ਨੰਬਰ 5 ਨੰਬਰ ਤੇ ਇਹਦੇ ਵਿੱਚ ਕੀ ਦਿੱਤਾ ਗਿਆ ਹੈ, ਉਹਨਾਂ ਨੇ ਆਪਾਂ ਨੂੰ ਦਿੱਤਾ ਹੈ ਕਿ ਜੇਕਰ 6 ਤੇ ਕੋਮਾ ਕੇ ਜਿਹੜੀ ਦਿੱਤੀ ਗਈ ਸਮੀਕਰਨ ਹੈ ਆਹ ਵਾਲੀ, ਇਹਦਾ ਇੱਕ ਹੱਲ ਹੈ। ਉਹਨਾਂ ਨੇ ਕਿਹਾ ਵੀ ਆਹ ਵਾਲੀ ਜਿਹੜੀ ਵੈਲਿਊ ਹੈ ਨਾ ਉਹ ਇਸ ਸਮੀਕਰਨ ਦਾ ਇੱਕ ਹੱਲ ਹੈ, ਤਾਂ k ਦਾ ਮੁੱਲ ਦੱਸੋ। ਦੇਖੋ ਜੀ ਜੇ ਇਹ ਵੈਲਿਊ ਇਹਦਾ ਇੱਕ ਹੱਲ ਹੈ ਤਾਂ ਆਹ ਜਿੰਨੀ ਆਹ ਵੈਲਿਊ ਹੈ ਜਿਹੜੀਆਂ x ਤੇ y ਦੀ ਵੈਲਿਊ ਹੈ ਜਿਹੜੀ ਇੱਥੇ, ਉਹ ਇਸ ਸਮੀਕਰਨ ਨੂੰ, ਇਸ ਇਕੁਏਸ਼ਨ ਨੂੰ ਸੈਟੀਸਫਾਈ ਕਰੂਗੀ, ठीक है जी। सैटिस्फाई करूगी तो मतलब आप इत्थे वैल्यू पुट करके देख लेने हैं, ठीक है जी। की आऊगा जी इत्थे 3 x की थां ते कितना आ जाऊगा जी 6 आ जाऊगा, ਤੇ y ਦੀ ਥਾਂ ਤੇ ਕੀ ਹੈ k ਹੈ ਉੱਥੇ ਆਪਣੇ ਕੋਲੇ, ਤੇ k ਲਿਖ ਦੋ। ਇੱਥੇ ਆ ਜਾਊਗਾ 22 ਇਜ਼ ਇਕੁਅਲ ਟੂ 0, ਠੀਕ ਹੈ। ਹੁਣ ਇੱਥੇ ਜੀ ਆਪਾਂ k ਦੀ ਮੁੱਲ ਹੀ ਤਾਂ ਕੱਢਣਾ ਹੈ, k ਦੀ ਵੈਲਿਊ ਤਾਂ ਕੱਢਣੀ ਹੈ। ਇਹ ਬਣ ਜਾਊਗਾ ਤੁਹਾਡਾ 18 ਜੀ, ਇਹ 22 ਬਣ ਜਾਊਗਾ। ਇੱਥੇ ਮਾਈਨਸ ਦਾ 4 ਆ ਜਾਊਗਾ ਤੇ ਮਾਈਨਸ ਦਾ 4 ਉਧਰ ਜਾ ਕੇ ਪਲੱਸ ਦਾ 4 ਬਣ ਜਾਊਗਾ, ਤਾਂ k ਦਾ ਮੁੱਲ ਕਿੰਨਾ ਆ ਗਿਆ ਜੀ ਤੁਹਾਡਾ ਪਲੱਸ ਦਾ 4। ਇਹ ਆਪਸ਼ਨ ਸਹੀ ਬਣ ਜਾਊਗਾ। ਹੇਠਾਂ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਹੁਣ ਦੇਖੋ ਜੀ ਕੁਐਸਚਨ 'ਚ ਨਹੀਂ ਪੁੱਛਿਆ ਹੈ, ਸਮੀਕਰਨ ਨਹੀਂ ਹੈ। ਦੋ ਘਾਤੀ ਸਮੀਕਰਨ ਹੁੰਦੀ ਹੈ ਕੁਆਡ੍ਰਿਕ ਇਕੁਏਸ਼ਨ, ਯਾਨੀ ਕਿ x ਸਕੁਅਰ ਵਾਲੀਆਂ, ਠੀਕ ਹੈ। ਹੁਣ ਦੇਖੋ ਜੀ ਇਹਨੂੰ ਆਪਾਂ ਅਗਰ ਆਪਾਂ ਸੋਲਵ ਕਰਾਂਗੇ ਤਾਂ ਇਹ ਬਣ ਜਾਊਗਾ x ਸਕੁਅਰ ਮਾਈਨਸ 3 ਇਜ਼ ਇਕੁਅਲ ਟੂ 4x, ਠੀਕ ਹੈ। ਇਹ ਦੋ ਘਾਤੀ ਸਮੀਕਰਨ ਬਣ ਗਈ ਹੈ ਨਾ। ਆਹ ਦੇਖ ਲਓ ਜੀ ਆਹ ਵੀ ਦੋ ਘਾਤੀ ਸਮੀਕਰਨ ਆਪਣੀ ਬਣ ਜੂਗੀ, है ना जी। इत्थे एलसीएम लेना है आपां ते इहनूं क्रॉस मल्टीप्लाई करना। आ तां आपां नूं देखण 'च पता लग रही है कि अपनी दो घाती समीकरण है। इहनूं देखो जी अगर आपां इहनूं सॉल्व करदे हैं तां इह अपने कोले 3 घाती समीकरण बनती है, 2 नहीं बनती। इहदा मतलब अपना जिहड़ा बी ऑप्शन है वो बिल्कुल सही बनूगा। ਦਿੱਤੀ ਗਈ AP है, ਇੱਥੇ ਆਪਾਂ ਨੂੰ ਇੱਕ AP ਸੀਰੀਜ਼ ਦੇ ਦਿੱਤੀ ਗਈ ਹੈ। ਇਹਦੇ ਵਿੱਚੋਂ ਆਪਾਂ ਨੂੰ ਸਾਂਝਾ ਅੰਤਰ ਪੁੱਛਿਆ ਹੈ। ਸਾਂਝਾ ਅੰਤਰ ਮਤਲਬ ਕਾਮਨ ਡਿਫਰੈਂਸ, ਉਹਨੂੰ ਆਪਾਂ D ਦੇ ਨਾਲ ਲਿਖਦੇ ਹਾਂ। ਕਾਮਨ ਡਿਫਰੈਂਸ ਕੀ ਹੁੰਦਾ ਹੈ, B ਮਾਈਨਸ A, यानी कि दूजे नंबर वाली वैल्यू चो पहला नंबर वाली वैल्यू नू माइनस करना, यानी 1 माइनस 3 यानी कि -2। देखो जी इनू कन्फर्म करने वास्ते, चैक करने वास्ते हाँ असी अगलियां दो वैल्यू भी लै लेने हैं, ठीक है। आपां हुण C माइनस B करके देख लेने हैं, C माइनस B, ठीक है। हरेक का डिफरेंस इक्को जिहा ही आना चाहिए है। देखो C इत्थे -1 है, B की वैल्यू -1, इत्थे भी -2 आ जाऊगा अपना, ठीक है। ਇਹਦਾ मतलब ਜਿਹੜਾ ਸਾਂਝਾ ਅੰਤਰ ਬਣੂਗਾ ਉਹ ਕਿੰਨਾ ਬਣ ਜਾਊਗਾ ਜੀ -2। ਹੁਣ ਅਗਲਾ ਕੁਐਸਚਨ ਨੰਬਰ 8 ਦੇਖੋ, x ਧੁਰੇ ਤੇ ਮੌਜੂਦ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੋਣਗੇ। ਦੇਖੋ ਜੀ x ਆ ਹੁੰਦਾ ਹੈ, ਆ y ਕੋਆਰਡੀਨੇਟ ਹੁੰਦਾ ਹੈ ਤੁਹਾਡਾ, ਠੀਕ ਹੈ। ਜਦੋਂ ਆਪਾਂ x ਦੀ ਗੱਲ ਕਰਦੇ ਹਾਂ ਤਾਂ ਇੱਥੇ ਤਾਂ ਦੇਖੋ 1 2 3 ਇਸ ਤਰ੍ਹਾਂ ਦੀ, मतलब x ਲਈਏ ਤਾਂ 1 ਤੇ 2 ਤੇ 3 ਤੇ x ਦੀ ਵੈਲਿਊ ਤਾਂ 1 2 3 ਆਈ ਜਾਊਗੀ। ਪਰ ਕੀ ਹੋਊਗਾ ਇਹਨਾਂ ਸਾਰਿਆਂ ਦੇ ਉੱਤੇ y ਦੀ ਵੈਲਿਊ ਕਿੰਨੀ ਹੋਊਗੀ 0, ਠੀਕ ਹੈ। ਇੱਥੇ ਸਾਰਿਆਂ ਤੇ y ਦੀ ਵੈਲਿਊ 0 ਹੋਊਗੀ, ਤੇ ਇਹਨੂੰ ਆਪਾਂ ਜਿਹੜੇ ਸਟੈਂਡਰਡ ਫਾਰਮ ਹੈ ਉਹਨੂੰ ਇਸ ਤਰ੍ਹਾਂ ਲਿਖਦੇ ਆ। ਜਦੋਂ x ਦੀ ਗੱਲ ਕਰਦੇ ਹੈ ਉਹਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ, x ਤੇ ਕੁਝ ਵੈਲਿਊ ਆਊਗੀ, ਕੁਝ ਵੀ ਆ ਸਕਦਾ, ਕੋਈ ਵੀ ਪੋਜ਼ਿਟਿਵ ਇੰਟੀਜਰ ਆ ਸਕਦਾ ਤੁਹਾਡਾ, ਤੇ y ਕੋਆਰਡੀਨੇਟ ਇੱਥੇ 0 ਹੋਊਗਾ, ਤਾਂ ਇਹ ਆਪਸ਼ਨ ਤੁਹਾਡਾ ਸਹੀ ਹੋ ਜਾਊਗਾ ਇੱਥੇ। ਅਗਲਾ ਕੁਐਸਚਨ ਦੇਖਦੇ ਹਾਂ, 9 ਸੀਕੈਂਟ ਸਕੁਅਰ a ਮਾਈਨਸ 9 ਟੈਂਜੈਂਟ ਸਕੁਅਰ a, ठीक है जी। ਇਹਦੇ ਕਿਹਦੇ ਬਰਾਬਰ ਹੁੰਦਾ ਹੈ, ਇੱਥੋਂ ਦੇਖੋ ਜੀ ਤੁਸੀਂ 9 ਕਾਮਨ ਕੱਢ ਲਓ, ਠੀਕ ਹੈ। ਇੱਥੇ ਬਚ ਜਾਊਗਾ ਤੁਹਾਡਾ ਸੀਕੈਂਟ ਸਕੁਅਰ a ਮਾਈਨਸ ਟੈਂਜੈਂਟ ਸਕੁਅਰ a। ਤੁਹਾਨੂੰ ਪਤਾ ਹੈ ਇਹਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ 1 ਦੇ, ਤਾਂ 9 ਗੁਣਾ 1 ਕਿੰਨਾ ਹੋ ਗਿਆ ਜੀ ਆਪਣਾ 9, ਠੀਕ ਹੈ। ਆਨਸਰ ਆਪਣਾ ਆ ਜਾਊਗਾ C ਪਾर्ट। ਮੈਨੂੰ ਲੱਗਦਾ ਜੀ ਇੱਥੋਂ ਤੱਕ ਤੁਹਾਡੇ ਸਾਰੇ ਕੁਐਸਚਨ ਕਲੀਅਰ ਹੋ ਗਏ ਹੋਣਗੇ, ਡਾਊਟ ਕਲੀਅਰ ਹੋ ਗਏ ਹੋਣਗੇ।
ठीक है जी। इसे तरह होर क्वेश्चन लैके आ रही है मैं तुहाडे लई, वीडियो नूं एंड तक जरूर देखियो। तो चलते हैं अपने अगले क्वेश्चन दे उत्ते। ठीक है जी। तो अपना जिहड़ा 10वां प्रश्न है वो देखते हैं। 10वां प्रश्न की कहता है, दित्ती त्रिभुज ए बी सी विच साइन ए दा मुल की होवेगा। देखो तुहानूं इत्थे एक डायग्राम दिता गया, इहदे विच पुछिया गया साइन ए की हुंदा है। देखो जी, जिहड़े असीं याद कीता सीगा, तुहानूं मैनूं नहीं पता कि तुसीं किस तरीके नाल याद कीता, असीं तां कीता सी लाल बटा कक्का। ठीक है, इस तरीके दी एक शॉर्ट ट्रिक जी सीगी। ते इहदे विच देखो पहला जिहड़ा हुंदा ਉਹ ਤੁਹਾਡਾ साइन हुंदा है लंब बटा कर्ण। ठीक है, दूजा ਤੁਹਾਡਾ ਹੁੰਦਾ है जी आधार बटा कर्ण, यानी कि ਇਹਨੂੰ cos ਕਹਿੰਦੇ ਆ। ठीक है, तीजा ਹੁੰਦਾ है जी ਤੁਹਾਡਾ tangent। ठीक है, ਇਹ ਹੁੰਦਾ है लंब बटा आधार। ਤਾਂ ਇਹਦੇ ਵਿੱਚੋਂ ਆਪਣੇ ਤੋਂ ਸਿਰਫ साइन A ਪੁੱਛਿਆ ਗਿਆ है। साइन A मतलब लंब बटा कर्ण। लंब मतलब ਇਹਦੇ ਚ लंब ਕਿਹੜਾ परपेंडिकुलर। ठीक है, परपेंडिकुलर ਕਿਹੜੀ वैल्यू ਤੁਹਾਡੀ BC। ठीक है, ਇਹਦੇ ਵਿੱਚ ਤੁਹਾਡੇ ਤੋਂ कर्ण है, कर्ण ਤੁਹਾਡਾ AC है, यानी कि हाइपोटेनियस। ठीक है, AC तो साइन A की वैल्यू BC ओवर AC बनूगी। सी पार्ट थोड़ा सही आंसर बनूगा। ठीक है जी। अगला देखो जी, अगला पूछा है कि गोले की सतह का खेत्रफल और घनफल का अनुपात की होगा। इन्हां दोवां दे विच तुसीं इन्हां दा फार्मूला लाउणा है। तुहानूं पता है कि गोले की खेत्रफल का फार्मूला 4 पाई आर स्केयर हुंदा है, और जिहड़ा घनफल हुंदा है यानी कि वॉल्यूम हुंदा है वो हुंदा है 4/3 पाई आर क्यूब। इत्थे 4 नाल 4 कैंसल हो जाऊगा, पाई नाल पाई कैंसल हो जाऊगा, स्केयर दे नाल आ भी कट्टिया जाऊगा। अपने कोले की बच जूगा, देखो जी आ 3 उपर चला जाऊगा, थले बच गया आर कला। तो जिहड़ा इहदा रेशो आऊगा, अनुपात आऊगा, वो 3 रेशो आर आऊगा, 3 अनुपात आर आऊगा, यानी कि पहला ऑप्शन थोड़ा बिल्कुल सही होगा। नंबर 12वां क्वेश्चन देखते हैं, हेठ लिखिया विचों किहड़ी आकृति चक्कर की स्पर्श रेखा नूं दर्शाउंदी है। देखो जी, स्पर्श रेखा हुंदी है टेंजेंट। आ साडे कोले इहदे च तां कोई रेखा ही नहीं दित्ती नाल, तो यह तो बनना ही नहीं। आ सेंटर ਇਹਦਾ ਵਿੱਚੋਂ ਦੀ ਲੰਘ ਰਹੀ है, ਇਹਦੀ स्पर्श रेखा नहीं बनूगी। आ देखो जी, ਇਹਨੂੰ टच करके लंघ रही है। ਜਿਹੜੀ भी चीज़ सर्कल ਨੂੰ, ਜਿਹੜੀ भी लाइन सर्कल ਨੂੰ ਕਿਸੇ पॉइंट ਤੇ टच करे, ਉਹਦੀ ਜਿਹੜੀ ਹੈਗੀ है टेंजेंट ਹੁੰਦੀ है, ਉਹਨੂੰ ਆਪਾਂ स्पर्श रेखा ਕਹਿੰਦੇ ਹਾਂ। स्पर्श करना ही टच ਕਰਨ ਦਾ मतलब ਹੁੰਦਾ है, टच करना। ठीक है, आ ਤਾਂ बिल्कुल नहीं कर रही जी, ਤੈਨੂੰ इंटरसेक्ट कर रही है, तो अपना सी ऑप्शन बिल्कुल सही होगा इत्थे। तो चलिए आप अपने अगले प्रश्न ते चलते हैं। ठीक है, अगला प्रश्न देखते हैं, प्रश्न नंबर 13वां। ठीक है, इत्थे दस्सिया गया है कि चित्र का अध्ययन करके हेठ लिखिया विचों सही कथन चुनो। आप सही चुननी है, इस डायग्राम नूं देखते हुए आप सही वैल्यू दसनी है कि इन्हां चों सही केड़ी बनती है। ठीक है, हुण देखो जी, पी एंगल पी है जो इक्वल टू एंगल ए, वो कह रहे हैं भी जिहड़ा एंगल पी है वो एंगल ए दे इक्वल है। ठीक है, या पूछ रहे हैं एंगल पी है जिहड़ा एंगल बी दे इक्वल है, एंगल पी एंगल बी दे इक्वल है, या पूछ रहे हैं एंगल पी जिहड़ा एंगल सी दे इक्वल है, इधरली साइड इक्वल है, या इन्हां विचों कोई भी नहीं है। ठीक है, हुण इहनूं आपां किस तरीके नाल करांगे, इहनूं करन तो पहलां तुहानूं थोड़ा जिहा कन्फर्म हो जाना चाहिदा है कि पहलां तां देखना पऊगा कि किस तरह दा इह ट्राईएंगल बनदा है। फाइन, देखो जी, इस एवज ट्रायंगल्स नूं आपां थोड़ा जिहा जजमेंट ऐ करदे हां। देखो आ वाली जिहड़ी लाइन है, आ वाली लाइन दे प्रपोर्शन च है, इक्वल तो नहीं गी पर प्रपोर्शन च है। किवें, देखो जी, एदा हाफ जिहड़ा हैगा वो ए है। ठीक है, इहनूं मतलब आपां इहदे उपर रखना चाहिए, ए जिहड़ा ABC ट्रायंगल ओनूं आपां इहदे उपर रखना चाहिए। तो जिहड़ी बेस जिहड़ा हैगा वो इत्थों तक, जिवें इहदा छेद लै लो। ठीक है, वो इहदे बेस दे इक्वल है, यानी कि इह जिहड़े तुहानूं ट्रायंगल दित्ते है ना, ਇਹ ਸਿਮਿਲਰ ट्रायंगल ਦਿੱਤੇ ਹੈਗੇ, ਥੋੜੇ ਜੇ ਇਕੁਐਲਿਟੀ ਦੇ ਵਿੱਚ ਹੈਗੇ ਆ, ਬਿਲਕੁਲ ਇੱਕੋ ਜਿਹੇ ਨਹੀਂਗੇ, ਮਤਲਬ ਪ੍ਰਪੋਰਸ਼ਨ 'ਚ ਹੈ। ਇਹਨਾਂ ਦੀਆਂ ਜਿਹੜੀਆਂ ਸਾਈਡ ਹੈਗੀਆਂ ਉਹ ਪ੍ਰਪੋਰਸ਼ਨ ਦੇ ਵਿੱਚ ਹੈਗੀਆਂ। ਠੀਕ ਹੈ, ਇਸ ਕਰਕੇ ਜਿਹੜੀ ਆਹ ਵਾਲੀ ਸਾਈਡ ਹੈਗੀ ਆ ਉਹ ਇਹਦੀ ਹਾਫ ਕੀਤੀ ਗਈ ਆ, ਔਰ ਜਿਹੜੀ ਆਹ ਵਾਲੀ ਸਾਈਡ ਹੈਗੀ ਆ ਉਹ ਇਹਦੀ ਹਾਫ ਕੀਤੀ ਗਈ ਆ। ਤਾਂ ਜਿਹੜਾ ਐਂਗਲ ਬਣੂਗਾ ਆਹ ਵਾਲਾ, ਉਹ ਆਪਣੇ ਇਸ ਐਂਗਲ ਦੇ ਬਰਾਬਰ ਬਣੂਗਾ, ਕਿਉਂਕਿ ਆਹ ਵਾਲੀ ਲਾਈਨ ਜਿਹੜੀ ਆ ਉਹ ਇਸ ਲਾਈਨ ਦੇ ਪ੍ਰਪੋਰਸ਼ਨ ਦੇ ਵਿੱਚ ਹੈ। ਠੀਕ ਹੈ ਜੀ, ਤਾਂ ਜਿਹੜਾ ਐਂਗਲ P ਆਪਾਂ ਸਹੀ ਕਥਨ ਚੁਣਨਾ ਹੈ, ਤਾਂ ਜਿਹੜਾ ਐਂਗਲ P ਹੈ ਉਹ C ਦੇ ਬਰਾਬਰ ਹੋਊਗਾ। क्वेश्चन नंबर 14वां देखो, किसी गेंदबाज द्वारा 10 क्रिकेट मैचों विच लईयां गईयां विकटां हेठ लिखे अनुसार है। ठीक है, 10 क्रिकेट मैचों विच किसी गेंदबाज द्वारा कितनियां विकटां लईयां गईयां है, वो आपां इत्थे दसना है। देखो, तो इत्थे थोड़ा जा आ देखियो जी, आ क्वेश्चन नंबर 15 नहींगा,
ठीक है, ये 14 ਦਾ ਹੀ ਪਾਰਟ ਹੈ। ਅੱਗੇ ਆਪਣੇ ਤੋਂ ਇਹ ਪੁੱਛਿਆ ਗਿਆ ਹੈ ਕਿ ਇਹਨਾਂ ਆંકੜਿਆਂ ਦਾ ਬਹੁਲਕ ਹੋਵੇਗਾ। ਬਹੁਲਕ ਕੀ ਹੁੰਦਾ ਹੈ? ਜਿਹੜੀ ਨੰਬਰ ਆਫ ਮੈਕਸਿਮਮ ਨੰਬਰ ਆਫ ਵੈਲਿਊ ਹੁੰਦੀਆਂ ਹੈ। ਠੀਕ ਹੈ, ਇੱਥੇ ਦੇਖੋ ਮੈਕਸਿਮਮ ਕਿਹੜੀਆਂ ਕਿਹੜੀਆਂ ਜ਼ਿਆਦਾ ਆ ਰਹੀ ਹੈ, ਫ੍ਰੀਕੁਐਂਸੀ ਕਿਹਦੀ ਜ਼ਿਆਦਾ ਆ ਰਹੀ ਹੈ? 2 ਇੱਕ ਵਾਰੀ, 2 ਤੇ 3 ਵਾਰੀ। ਇੱਥੇ ਜਿਹੜਾ 2 ਹੈ ਉਹ 3 ਵਾਰੀ ਰਿਪੀਟ ਹੋ ਰਿਹਾ ਹੈ, ਬਾਕੀ ਕੋਈ ਵੀ ਇਹ ਜਿਹਾ ਨੰਬਰ ਹੈ ਨਹੀਂਗਾ ਜਿਹੜਾ ਇਸ ਤੋਂ ਜ਼ਿਆਦਾ ਰਿਪੀਟ ਹੋ ਰਿਹਾ ਹੋਵੇ, ਤਾਂ ਕਰਕੇ ਬਹੁਲਕ ਜਿਹੜਾ ਆ ਜਾਊਗਾ ਤੁਹਾਡਾ 2 ਆ ਜਾਊਗਾ। ਅਗਲਾ ਕੁਐਸਚਨ ਨੰਬਰ 15, ਇਹਨੂੰ 15 ਕਰ ਲਿਆ ਜੀ। ਕਿਸੇ ਅਸੰਭਵ ਘਟਨਾ ਦੇ ਵਾਪਰਨ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਦੇਖੋ ਜੀ, ਇੰਪੋਸੀਬਲ। ਇੰਪੋਸੀਬਲ ਘਟਨਾ ਦੇ ਵਾਪਰਨ ਦੀ ਸੰਭਾਵਨਾ ਕੋਈ ਨਹੀਂ ਹੁੰਦੀ, ਸਾਨੂੰ ਨਹੀਂ ਪਤਾ। ਠੀਕ ਹੈ ਜੀ, ਤਾਂ 0। ਇੰਪੋਸੀਬਲ ਚੀਜ਼ ਦਾ ਆਪਾਂ ਕੁਝ ਨਹੀਂ ਦੱਸ ਸਕਦੇ। ਠੀਕ ਹੈ ਜੀ, ਇਹਦਾ ਆਨਸਰ ਆਊਗਾ 0। ਜੇਕਰ ਇੱਕ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਦੇ ਵਿੱਚ ਬਰਾਬਰ ਹੈ, ਯਾਨੀ ਕਿ ਸਰਕਲ ਦੀ ਗੱਲ ਹੋ ਰਹੀ ਹੈ ਜੀ ਇੱਥੇ। ਉਹ ਕਹਿ ਰਿਹਾ ਜੀ ਪਰਿਮਾਪ ਯਾਨੀ ਕਿ 2πr ਜਿਹੜਾ ਹੈ ਉਹ ਬਰਾਬਰ ਹੈ ਉਹਦੇ ਖੇਤਰਫਲ ਦੇ। ਠੀਕ ਹੈ, ਤਾਂ ਏਰੀਆ ਦੇ ਜਿਹੜਾ ਹੈ ਸਰਕਲ ਦੇ ਏਰੀਆ ਦੇ ਬਰਾਬਰ ਹੈ। ਤਾਂ ਇੱਥੇ ਉਹਨਾਂ ਨੂੰ ਪੁੱਛਿਆ ਹੈ ਤਾਂ ਚੱਕਰ ਦਾ ਜਿਹੜਾ ਅਰਧ ਵਿਆਸ ਯਾਨੀ ਕਿ ਰੇਡੀਅਸ, ਅਰਧ ਵਿਆਸ ਨੂੰ ਰੇਡੀਅਸ ਹੀ ਕਿਹਾ ਜਾਂਦਾ ਹੈ। ਠੀਕ ਹੈ, ਉਹ ਕਿੰਨੀ ਹੋਊਗੀ? ਦੇਖੋ ਜੀ, ਇਹਨੂੰ ਕੱਟ ਦੋ, ਆ ਕੱਟਿਆ ਗਿਆ, ਇੱਕ r ਇੱਥੋਂ ਇੱਕ r ਕੱਟੇਗਾ ਤੇ ਇੱਥੋਂ r ਦੀ ਵੈਲਿਊ ਕਿੰਨੀ ਆ ਗਈ? 2। ਤਾਂ 2 ਇਕਾਈਆਂ ਹੋਊਗੀ ਉਸ ਅਰਧ ਵਿਆਸ ਦੀ ਵੈਲਿਊ। ਇਹ ਕੁਐਸਚਨ ਨੰਬਰ 16 ਸੀ ਤੁਹਾਡਾ। ਠੀਕ ਹੈ, ਹੁਣ ਚੱਲਦੇ ਹਾਂ ਆਪਾਂ ਅਗਲੇ ਆਪਣੇ ਕੁਐਸਚਨ ਦੇ ਉੱਤੇ, ਕੁਐਸਚਨ ਨੰਬਰ 17ਵਾਂ। ठीक है, तो देखते हैं की है। प्रश्न नंबर 18वां हैगा जी, सॉरी 17वां हैगा ये। ठीक है, ये इत्थे पूछा अपने तो फिर उस तरह का क्वेश्चन एक रिपीट हो गया जो आप पहला किया सीगा। ठीक है, प्रैक्टिस है थोड़ी, इन्हों जिन्ने ज़्यादा करोगे। ठीक है, तो इत्थे देखो 36 नूं आप 2 नाल डिवाइड करिए तो कितना आ जाऊगा? ये तुसी कर सकते हो, ये तो बहुत सौखा है काम है। 18। ठीक है, ਇਹਦਾ आंसर की बन जूगा जी 18। अगला क्वेश्चन भी है, तो अपन 2 घाती बहुपद दिता गया, ਉਹਦੇ ਤੇ ਪੁੱਛਿਆ ਗਿਆ ਕਿ -b/a ਕੀ ਹੁੰਦਾ ਹੈ? ਇਹਦੇ ਸਿਫਰਾਂ ਦੇ ਨਾਲ ਇਹਦਾ ਕੀ ਸੰਬੰਧ ਆ? ਆਪਾਂ ਪਿੱਛੇ ਹੁਣੇ ਕੀਤਾ ਸੀ, ਅਲਫਾ ਪਲੱਸ ਬੀਟਾ ਦੇ ਸਿਫਰ ਹੁੰਦੇ ਆ, ਉਹਦੀ ਵੈਲਿਊ ਹੁੰਦੀ ਹੈ -a/b, यानी कि ਇਹ ਸਮ ਹੈ ਉਹਨਾਂ ਦੇ ਸਿਫਰਾਂ ਦਾ जोड़फल है। ठीक है, इत्थे आ जाऊगा जी थोड़ा सी ऑप्शन करैक्ट ऑप्शन आ जाऊगा। ये थोड़ा ओदा जोड़फल है, ना गुणाफल है, ना घटाओ है, ना भाग है, ये जोड़ है थोड़ा। नैक्सट देखते हैं क्वेश्चन नंबर 20। ये भी उस तरह का ही एक क्वेश्चन है। देखो जी, थोड़ा ग्राफ दिता गया है, ਉਹਦੇ ਵਿੱਚ ਪੁੱਛਿਆ ਗਿਆ ਹੈ कि ਜਿਹੜੀ ਸਿਫਰਾਂ ਦੀ ਗਿਣਤੀ ਕਿੰਨੀ ਹੋਊਗੀ। देखो, मैं पहला भी ਤੁਹਾਨੂੰ ਕਰਾਇਆ ਸੀਗਾ, ਜਦੋਂ ਆਪਾਂ x x ਤੇ ਆਪਾਂ ਇਹ ਚੈੱਕ ਕਰਨਾ ਹੁੰਦਾ ਹੈ ਕਿ ਆਪਣਾ ਇਹ x x ਤੇ ਕਿੰਨੇ ਪੁਆਇੰਟਸ ਕੱਟ ਰਿਹਾ ਹੈ। ਹੁਣ ਦੇਖੋ x x ਨੂੰ ਇਹ ਸਿਰਫ ਇੱਕ ਪੁਆਇੰਟ ਤੇ ਹੀ ਕੱਟ ਰਿਹਾ ਹੈ, ਤਾਂ ਇੱਥੇ ਸਿਫਰਾਂ ਦੀ ਗਿਣਤੀ ਕਿੰਨੀ ਹੋ ਜੂਗੀ ਜੀ? 1 ਹੋ ਜੂਗੀ। ਅਗਲਾ क्वेश्चन देखो, ਇਹਦੇ ਨੰਬਰ ਜੀ ਤੁਸੀਂ ਸਹੀ ਕਰ ਲਿਓ, ਥੋੜੇ ਜਿਹੇ ਅੱਗੇ ਪਿੱਛੇ ਲਿਖੇ ਗਏ। p ਦੇ ਕਿਹੜੇ ਮੁੱਲਾਂ ਨਾਲ ਹੇਠਾਂ ਦਿੱਤੇ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੈ। ਠੀਕ ਹੈ ਜੀ, ਆਪਾਂ ਉਹਨਾਂ ਨੂੰ ਪੁੱਛਿਆ ਹੈ, ਇੱਥੇ ਪੁੱਛਿਆ ਗਿਆ ਹੈ ਕਿ ਕਿਹੜਾ ਇੱਥੇ ਵੈਲਿਊ ਆਊਗੀ। ਇਹ ਵੀ ਪਹਿਲੇ ਤਰ੍ਹਾਂ ਦੇ ਕੁਐਸਚਨ ਵਰਗਾ ਹੀ ਹੈ। ਆਪਾਂ ਇਹਨਾਂ ਦੋਵਾਂ ਇਕੁਏਸ਼ਨਾਂ ਨੂੰ ਸੋਲਵ ਕਰਨਾ ਹੈ। ਸੌਰੀ, हाँ जी, आप ਇਹਨਾਂ ਦੋਨਾਂ ਇਕੁਏਸ਼ਨਾਂ ਨੂੰ ਸੋਲਵ ਕਰਨਾ ਹੈ ਇੱਥੇ, ਤੇ ਸੋਲਵ ਕਰਕੇ ਆਪਾਂ ਇਹ ਦੇਖਣਾ ਹੈ ਕਿ p ਦੀ ਵੈਲਿਊ ਹੈ ਉਹ ਕਿੰਨੀ ਆ ਰਹੀ ਹੈ। ਠੀਕ ਹੈ, ਇੱਥੇ ਵੀ ਉਸੇ ਤਰ੍ਹਾਂ ਜਿਵੇਂ ਆਪਾਂ ਪਿਛਲੇ ਪ੍ਰਸ਼ਨ ਦੇ ਵਿੱਚ ਕੀਤਾ ਸੀ ਨਾ, k ਦੀ ਵੈਲਿਊ ਇਜ਼ ਇਕੁਅਲ ਟੂ 4 ਆਈ ਸੀ, ਸੇਮ ਇੱਥੇ ਵੀ p ਦੀ ਵੈਲਿਊ ਜਿਹੜੀ ਹੈ ਉਹ ਕਿੰਨੀ ਆਊਗੀ, ਉਹ ਇੱਥੇ ਤੁਸੀਂ ਕੱਢ ਕੇ ਦੇਖ ਲੈਣੀ ਹੈ। ਇਹਨੂੰ ਇਸ ਤਰ੍ਹਾਂ ਸੋਲਵ ਕਰ ਲੈਣਾ ਹੈ। ਇਸ ਤਰ੍ਹਾਂ ਸੋਲਵ ਕਰੋਗੇ ਤਾਂ ਤੁਸੀਂ ਇਹਨੂੰ ਈਜ਼ੀਲੀ कर लोगे। ठीक है, इन्हों तुसी सॉल्व कर लिया जे, ਇਹਦਾ आंसर बनूगा नॉट इक्वल टू 4। 4 ਦੇ इक्वल नहीं आएगी, इस तो ज़्यादा आएगी। देखो इस तो ज़्यादा होगी वैल्यू, p ਦੀ वैल्यू 5 आ जाएगी, 6 आ जाएगी, तुसी ਕੱਢ ਕੇ देख लियो। ठीक है जी, अगला क्वेश्चन है ਇੱਥੇ 3k। देखो दो ਆਪਾਂ ਨੂੰ ਕੋਆਰਡੀਨੇਟ ਦੇ ਰੱਖੇ x ਤੇ y ਕੋਆਰਡੀਨੇਟ, ਇਸ ਇਕੁਏਸ਼ਨ ਨੂੰ ਉਹ ਕਹਿੰਦੇ ਆ ਵੀ ਸੈਟੀਸਫਾਈ ਕਰਦੇ ਆ, ਇਹਦਾ ਇੱਕ ਹੱਲ ਹੈ। अगर ਇਹਦਾ ਇੱਕ ਹੱਲ ਹੈ ਤਾਂ ਮਤਲਬ ਇਹਨੂੰ ਉਹ ਸੈਟੀਸਫਾਈ ਕਰਨਗੇ, ਤੇ k ਦਾ ਆਪਾਂ ਨੂੰ ਵੈਲਿਊ ਪੁੱਛੀ ਹੈ, ਤੇ 2x ਦੀ ਥਾਂ ਤੇ ਤੁਸੀਂ 3 ਰੱਖੋਗੇ ਕਿਉਂਕਿ ਇੱਥੇ x ਦਾ ਕੋਆਰਡੀਨੇਟ ਹੈ, ਇਹ y ਦਾ ਕੋਆਰਡੀਨੇਟ ਹੈ। ਇਸ ਇਕੁਏਸ਼ਨ ਦੇ ਵਿੱਚ ਇਹ ਵੈਲਿਊ ਨੂੰ ਤੁਸੀਂ ਪੁੱਟ ਕਰ ਦਿਓ, ਤੁਸੀਂ k ਦੀ ਵੈਲਿਊ ਤੁਹਾਨੂੰ ਇੱਥੋਂ ਮਿਲ ਜੂਗੀ 10 - 6 यानी कि 4। k ਦੀ ਵੈਲਿਊ ਕਿੰਨੀ ਆ ਜੂਗੀ ਜੀ? 4 ਆ ਜੂਗੀ ਇੱਥੇ ਵੀ। ਠੀਕ ਹੈ, ਚਲੋ ਆਪਣੇ ਨੈਕਸਟ ਕੁਐਸਚਨ ਤੇ ਚੱਲ। ਅਗਲਾ ਕੁਐਸਚਨ ਲੈਣੇ ਆਪਾਂ ਜੀ। ਇੱਥੇ ਲਿਖਿਆ ਹੈ ਹੇਠ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ नहीं है। ठीक है जी, हाँ, दो घाती समीकरण आप फाइंड आउट करनी है जिहड़ी कि नहीं है। ठीक है, इस गल का ध्यान रखना, अपने तो क्वेश्चन च नहीं पूछा गया है। देखो इत्थों साफ आपां नूं पता चल रहा अपनी पहली इक्वेशन तो कि ये तां दो घाती समीकरण बनूगी, क्योंकि आप जो एलसीएम ले तो x स्क्वायर बन जाना है इत्थे।
ठीक है। इत्थे देखिए, इत्थे भी तुसी देख सकते हो कि एक्स स्क्वायर बन जाएगा तो ये भी दो घाती समीकरण ही बन जाएगी। ठीक है, हुण देखो आह है या आ है, ठीक है, ਇਹਦੇ ਚ ਵੀ ਆਪਾਂ ਨੂੰ ਸਾਫ਼-ਸਾਫ਼ ਪਤਾ ਚੱਲ ਰਿਹਾ ਕਿ ਇੱਥੇ x ਦਾ ਸਕੁਅਰ ਹੈ, ਇਹ ਵੀ ਦੋ ਘਾਤੀ ਸਮੀਕਰਨ ਹੈਗੀ ਹੈ। ਜਿਹੜੀ ਨਹੀਂਗੀ ਉਹ ਬਣੇਗੀ ਆ ਵਾਲੀ। देखो जी किवें, जे मैं एलसीएम लेनी है x ਤਾਂ ਇੱਥੇ ਬਣ ਜਾਊਗਾ x ਕਿਊਬ। ਜਦੋਂ ਹੀ ਇੱਥੇ x ਕਿਊਬ ਬਣ ਗਿਆ, ਇਹਦੇ ਨਾਲ ਦੀ ਹੋਰ ਕੋਈ ਵੈਲਿਊ ਹੈ ਨਹੀਂਗੀ, ਨਹੀਂ ਨਾ ਹੀ ਬਣੇਗੀ, ਤੇ ਜੇ ਬਣੇਗੀ ਤਾਂ ਇਸ ਸਾਈਡ ਤੇ ਬਣੇਗੀ, ਉਧਰ ਜਾ ਕੇ ਮਾਈਨਸ ਪਲਸ ਹੋ ਜਾਏਗੀ। ਠੀਕ ਹੈ, ਜਿਵੇਂ ਇੱਥੇ ਬਣ ਜਾਏਗਾ -1 ਤੇ ਇੱਥੇ ਬਣ ਜਾਏਗਾ 2x ਸਕੁਅਰ, ਤੇ ਇੱਥੋਂ ਆਪਣੇ ਕੋਲੋਂ ਜਿਹੜਾ x ਕਿਊਬ ਆ ਜਾਏਗਾ -1 ਆ ਜਾਏਗਾ, ਤੇ ਇੱਥੇ ਵੀ 2x ਕਿਊਬ ਆ ਜਾਏਗਾ। ਯਾਨੀ ਕਿ ਇਹ ਆਪਣੀ ਕਿਊਬ ਵਾਲੀ ਇਕੁਏਸ਼ਨ ਬਣ ਰਹੀ ਹੈ। ਇਹਦਾ ਮਤਲਬ ਇਹ ਦੋ ਘਾਤੀ ਸਮੀਕਰਨ ਨਹੀਂਗੀ, ਇਹ ਤਿੰਨ ਘਾਤੀ ਬਣ ਜਾਏਗੀ। ਠੀਕ ਹੈ ਜੀ। चलो अगला क्वेश्चन लेने हैं। ਇਹਦੇ ਵਿੱਚ ਕੀ ਹੈ ਜੀ ਆਪਣੇ ਕੋਲ, देखो आदि पूछा गया है साझा अंतर मतलब d हुंदा है b माइनस a। आ अपनी पहली वैल्यू है, आ दूजी वैल्यू है। ठीक है, a है, आ b है। ठीक है, इथों आपां नूं d डिफरेंस पूछा है, इन्हां दोवां दा साझा अंतर पूछा है, वो कितना आ जाऊगा जी 4 - 2 यानी कि 2 पॉजिटिव दा 2 आऊगा तुहाडे कोल। ठीक है, क्योंकि यह AP है ते वधदी जा रही है। राइट, हेठ लिखिया विचों किहड़ा बिंदु x धूरे ते स्थित है। देखो जिहड़ा अपना आह कोऑर्डिनेट हुंदा है x कोऑर्डिनेट, ਇਹਦੇ ਉੱਤੇ ਜਿਹੜੀ ਵੈਲਿਊ ਆਊਗੀ, ਦੇਖੋ x ਦੀ ਕੋਈ ਨਾ ਕੋਈ ਵੈਲਿਊ ਆਊਗੀ, x 1 2 3। ਠੀਕ है, ਤੇ ਜੇ y ਦੀ ਵੈਲਿਊ ਲਵਾਂਗੇ ਤੇ ਇੱਥੇ 1 2 3। ਲੇਕਿਨ ਜੇ x ਦੇ ਉੱਤੇ ਸਿਰਫ ਇਸ ਲਾਈਨ ਦੇ ਉੱਤੇ ਜਿਹੜਾ ਆਪਣਾ ਬਿੰਦੂ ਸਥਿਤ ਹੋਊਗਾ ਉਹਦੇ ਵਿੱਚ x ਦੀ ਵੈਲਿਊਜ਼ ਤਾਂ ਹੋਣਗੀਆਂ, ਬਟ y ਦੀ ਵੈਲਿਊ ਇੱਥੇ ਹਮੇਸ਼ਾ 0 ਆਊਗੀ। ठीक है, तो ਇਹਦਾ ਕਿਹੜਾ ਕੋਆਰਡੀਨੇਟ ਹੈ, ਆਪਣਾ ਕੋਆਰਡੀਨੇਟ ਕੀ ਬਣੂਗਾ ਜਿਹਦੇ ਤੇ x ਧੁਰੀ ਤੇ ਸਥਿਤ ਹੈ, x ਦੀ ਵੈਲਿਊ ਕੋਈ ਨਾ ਕੋਈ a ਹੋਊਗੀ, y ਕੋਆਰਡੀਨੇਟ 0 ਹੋਊਗਾ। यानी कि अपना आ ऑप्शन सही बन रहा है, क्योंकि बस एक यही ऑप्शन है ਜਿਹਦੇ ਵਿੱਚ ਤੁਹਾਡੇ ਕੋਲੇ y ਕੋਆਰਡੀਨੇਟ 0 ਆ ਰਿਹਾ ਹੈ, ਬਾਕੀ ਸਾਰਿਆਂ ਦੇ ਵਿੱਚ y ਕੋਆਰਡੀਨੇਟ ਹੈਗਾ। ठीक है जी, अगला क्वेश्चन देखते हैं। sec स्क्वायर secant स्क्वायर a माइनस टेंजेंट स्क्वायर a। ठीक है, ਇਹਦੀ ਵੈਲਿਊ ਕਿਹਦੇ ਹੁੰਦੀ ਹੈ, 1 ਦੇ ਬਰਾਬਰ ਹੁੰਦੀ ਹੈ। ठीक है, ये ਆਪਾਂ ਫਾਰਮੂਲਾ है, ਇਹਨੂੰ ਤੁਸੀਂ याद ही करना है। नेक्स्ट देखते हैं, क्वेश्चन नंबर 27 देखते हैं। ਇਹਦੇ ਚ ਆਪਣੇ ਤੋਂ ਕੀ ਪੁੱਛਿਆ ਗਿਆ ਹੈ, ਇੱਕ ਟ੍ਰਾਇੰਗਲ ਦਿੱਤਾ ਗਿਆ ਹੈ, त्रिभुज ਦਿੱਤਾ ਗਿਆ, ਆਪਾਂ ਨੂੰ ਰਾਈਟ ਐਂਗਲ ਟ੍ਰਾਇੰਗਲ ਹੈ, ਸਮਕੋਣ ਹੈ। ਇਹਦੇ ਵਿੱਚ ਆਪਣੇ ਤੋਂ cos a ਦੀ ਵੈਲਿਊ ਪੁੱਛੀ ਗਈ ਹੈ। ਠੀਕ ਹੈ ਜੀ, cos a ਦੀ ਵੈਲਿਊ ਕਿਵੇਂ ਫਾਈਂਡ ਆਊਟ ਕਰਦੇ ਆਪਾਂ, ਲੱਭਦੇ ਕਿੱਦਾਂ ਹੈ, ਐਦਾਂ। ਇਹ ਜੀ ਇਹ ਤਾਂ ਮੇਰਾ ਸ਼ਾਰਟਕਟ ਤਰੀਕਾ ਹੈ, ਲਾਲ ਬਟਾ ਕੱਕਾ। ਠੀਕ ਹੈ, ਇਹਦੇ ਨਾਲ ਹੁੰਦਾ ਹੈ ਜਿਹੜੀ ਫਰਸਟ ਵੈਲਿਊ ਹੁੰਦੀ ਹੈ ਲੰਬ ਬਟਾ ਕਰਨ, ਸੈਕਿੰਡ ਹੁੰਦੀ ਹੈ ਆਪਣੇ ਕੋਲ ਇਹ cos ਹੁੰਦਾ ਹੈ, ਸੈਕਿੰਡ ਪਹਿਲਾਂ ਸਾइन ਹੁੰਦਾ, ਇਹ साइन हो गया, ਇਹ cos हो गया, और ਇਹ ਆਪਣੇ ਕੋਲ ਟੈਂਜੈਂਟ ਹੁੰਦਾ ਹੈ। ठीक है, इत्थों पता चल रहा है जिहड़ा cos a आऊगा अपना ਉਹ a बटा k, यानी कि बेस आधार बेस हुंदा है, ते b मतलब k हुंदा अपना कर्ण मतलब हाइपोटेनियस h। ठीक है, b ओवर h, ते बेस इत्थे कितना है जी, देखो बेस अपना है ab। ठीक है, यानी कि cos a दी वैल्यू की आ जाऊगी ab अपॉन h हाइपोटेनियस ac। देखो जी पहला ऑप्शन थोड़ा बिल्कुल करैक्ट बनता है इत्थे। अगला है जी गोले की सतह के खेत्रफल का सूत्र की हुंदा है, गोले दी। ठीक है, 4 पाई r स्क्वायर गोला है जी, 4 पाई r स्क्वायर हुंदा है ਇਹਦਾ सूत्र। अगला देखो जी अपने कोले स्पर्श रेखा ਨੂੰ ਦਰਸਾਉਂਦੀਆਂ ਹਨ, मतलब ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਸ਼ੇਪ ਹੈ, ਕਿਹੜੀ ਆਕ੍ਰਿਤੀ ਹੈ ਜਿਹੜੀ ਚੱਕਰ ਦੀ ਸਪਰਸ਼ ਰੇਖਾ ਨੂੰ ਦਰਸਾਉਂਦੀਆਂ ਹਨ। ਸਪਰਸ਼ ਰੇਖਾ ਕੀ ਹੁੰਦੀ ਹੈ ਜੀ, ਤੁਹਾਡੀ ਟੈਂਜੈਂਟ ਹੁੰਦੀ ਹੈ, ਯਾਨੀ ਕਿ ਜਿਹੜੀ ਕਿ ਟ੍ਰਾਇੰਗਲ ਨੂੰ ਸਪਰਸ਼ ਕਰੇ, ਕਿਸੇ ਵੀ ਥਾਂ ਤੇ ਸਪਰਸ਼ ਕਰੇ। ਸਪਰਸ਼ ਕਰਨ ਦਾ ਮਤਲਬ ਕੱਟ ਨਹੀਂ ਕਰਨੀ ਚਾਹੀਦੀ ਕਿ ਉਹਦੀ ਬਾਹਰ ਵਾਲੀ ਸਤ੍ਹਾ ਨੂੰ ਸਪਰਸ਼ ਕਰੇ। ਦੇਖੋ ਆ ਤਾਂ ਸਪਰਸ਼ ਹੀ ਨਹੀਂ ਕਰ ਰਹੀ, ਨਾਲ ਹੀ ਨਹੀਂ ਜੁੜੀ ਹੋਈ, ਇਹ ਤਾਂ ਬਿਲਕੁਲ ਕੱਟ ਕਰ ਦੋ। आ देखो जी ये थोड़े विचों दी पास हो रही है ना जी, ये थोड़े व्यास दे विचों दी पास हो रही है, तो ये भी नहीं हो सकती। ये भी थोड़े सर्कल नूं कट कर रही है किसी एक पॉइंट से, तो ये भी नहीं हो सकती। स्पर्श जो होगी वो सिर्फ एक पॉइंट से टच करूगी, टच करन नूं ही स्पर्श किया जाता है। तो बी ऑप्शन थोड़ा बिल्कुल सही है। अगला देखते हैं, आपां नूं यह एक डायग्राम दिता गया है, दो आपां नूं त्रिभुज दिते गए हैं, ਇਹਦੇ ਵਿੱਚ ਤਾਂ ਪੁੱਛਿਆ ਗਿਆ ਹੈ ਕਿ ਕਿਹੜਾ ਕਥਨ ਇਹਨਾਂ ਚੋਂ ਸਹੀ ਹੈ, ਸਹੀ ਵਾਲਾ ਚੁਣਨਾ ਹੈ ਆਪਾਂ। ਇੱਥੇ ਦੇਖੋ ਐਂਗਲਸ ਮੈਚ ਕਰਨੇ ਹੈ ਬੇਸਿਕਲੀ। ਇੱਥੇ ਦੇਖੋ ਜੀ ਆ ਜਿਹੜੀ ਆਪਣੀ ਲਾਈਨ ਹੈ AB, ਉਹ ਦੇਖੋ ਤੁਸੀਂ ਇਹਦਾ ਡਬਲ ਹੈ, PR ਦਾ ਡਬਲ ਹੈ, ਇਹਨੂੰ ਇਹਦੇ ਪ੍ਰਪੋਰਸ਼ਨ ਚ ਵਿੱਚ ਰੱਖਿਆ ਜਾਊਗਾ। ਯਾਨੀ ਕਿ ਜਦੋਂ ਆਪਾਂ ਇੱਥੇ P R और Q लिखा है, तो अगर मैं एस ABC ट्राइंगल ਇਹਦੇ ਉੱਪਰ ਰੱਖਣਾ है तो इस तरह लिखा जाऊगा। देखो ਇਹਨੂੰ इस तरह लिखा जाऊगा, ਇੱਥੇ A आ जाऊगा, ਇੱਥੇ C आ जाऊगा,
ठीक है। और इत्थे जिहड़ा है b है इहनू इहदे उपर चक के रखना है, इहनू इहदे उपर चक के रखना है, इहदा मतलब उल्टा करके रखा जाऊगा, ठीक है। यानी कि जिहड़ी a b जिहड़ी वैल्यू है ना, जिहड़ी आ वाली वैल्यू है a b, ये 2 है, इधरों ये 4 है, इहदा डबल है, ठीक है। यानी कि आ दोनों लाइनां आपस दे विच प्रपोर्शन दे विच होणगीਆਂ, ठीक है। तां करके देखिया जावे तां आ लाइन इहदे प्रपोर्शन दे विच आऊगी, ठीक है। आ वाली लाइन देखो इस लाइन दे प्रपोर्शन च आऊगी, क्योंकि आह 3 है, आ 6 है, आह इस चीज दा डबल है, इस लाइन दा डबल है, राइट। और बेस तां तुहाडा है ही, ठीक है, आह बेस इहदे प्रपोर्शन दे विच आऊगा, फाइन। ठीक है, इत्थों आपां नूं फिर पता चल जांदा कि जिहड़ा ए एंगल है वो पी एंगल दे इक्वल आएगा, ठीक है। जिहड़ा बी एंगल है वो आर एंगल दे इक्वल आएगा, और जिहड़ा सी एंगल है वो क्यू एंगल दे इक्वल आएगा, फाइन। तो आपां देखो केड़ा एंगल है, बी इज इक्वल टू आर, बी एंगल की आर दे इक्वल बनेगा, देखो जी। और बी एंगल की क्यू दे इक्वल नहीं, आता नहीं बन रहा ना, बी देखो इहनू उल्टा करके रखना है, ठीक है। यानी कि आह जिहड़ा एंगल है, जिहड़ा ए एंगल है, ठीक है, इहनू ए एंगल, इहनू भी ए एंगल ही दे देने, ए दे बराबर ए एंगल आऊगा, जिहड़ा आह बी एंगल है वो इस आर दे बराबर आऊगा, और जिहड़ा आह सी एंगल है वो एस क्यू दे बराबर आऊगा, फाइन, ठीक है। तो इत्थों जिहड़ा ऑप्शन बनदा है ये तुहाडा करैक्ट ऑप्शन बन जूगा। अगला क्वेश्चन देखते हैं, इस दे विच की है 10 क्रिकेट मैचां दे विच हेठ लिखे दे अनुसार अपना तो फिर एक बहुलक पूछा गया है, ठीक है। बहुलक की हुंदा है तुहाडा मैक्सिमम नंबर ऑफ वैल्यू, देखो किहदियां आ रही है, 2 एक बारी आ गया, 2 बारी आ गया, 3 बारी और 4 बारी, इत्थे सिर्फ 2 दी वैल्यू है जिहड़ी वार-वार आ रही है, यही इहदा बहुलक होऊगा, ठीक है। अगला क्वेश्चन, किसी संभव घटना दे वापरन दी संभावना कितनी हुंदी है, देखो जी इत्थे संभव पूछा, पिछली बार सानू इम्पॉसिबल पूछा सी, असंभव, ठीक है। हुण आपां नूं पुछ लिया संभव यानी कि पॉसिबल, ठीक है। इम्पॉसिबल लई तां हमेशा 0 हुंदी है, ठीक है। बट जिहड़ी पॉसिबल हुंदी है, पॉसिबल दे लई 1 हुंदी है, ठीक है, एक पॉसिबिलिटी हो सकती है किसी घटना दे होण दी। नैक्सट देखिए, जेकर एक चक्कर दा परिमाप अते खेत्रफल संख्यात्मक रूप विच बराबर है तां उस चक्कर दा अर्ध व्यास कितना होगा, अर्ध व्यास यानी कि रेडियस पूछी गई है, ठीक है। अब देखो जी परिमाप हुंदा है किस सर्कल दा 2 पाई आर हुंदा है, क्षेत्रफल हुंदा है पाई आर स्क्वायर, ठीक है। इत्थों सॉरी 2 नहीं कट्टिया जाऊगा, पाई दे नाल पाई कैंसल हो जाऊगा, आर दे नाल यह आर कैंसल हो जाऊगा, तो इत्थों आर दी वैल्यू कितनी आ जाएगी 2, यानी कि 2 इकाइयां तुहाडा आंसर बनूगा अर्ध व्यास दा। अगे चलते हैं, दिते अभाज गुणनखंड विच अज्ञात अंक की होवेगा, फिर सानू एस दी वैल्यू पूछी गई है, देखो जी यह अपना गुणनखंड ट्री है, ठीक है। तो इहनू आपां इस तरह करते हैं 2 9 18, ठीक है। इस तरह आपां इन्हां दे गुणनखंड करते हैं, फाइन 3 और ये 3 ते 1, ठीक है। हुण देखो 2 ਨੂੰ 18 ਨਾਲ डिवाइड किया तो की आया 9, अपने तो यही वैल्यू पूछी गई सी, ਇਹਦਾ आंसर कितना आ जाऊगा 9, यानी कि बी ऑप्शन, ठीक है जी। अगला क्वेश्चन देखते हैं, दो घाती बहुपद, आपां नूं इत्थे दो घाती बहुपद दे रखे, उन्हां दे विच सिफरां दा जोड़फल पूछा गया है। सिफर की हुंदे अल्फा ते बीटा, और अल्फा ते बीटा दा जोड़फल की हुंदा है -b/a, केड़ा ऑप्शन करेक्ट बनूगा जी, सेकंड ऑप्शन, ठीक है जी। तो चलिए अगे आपां चलदे हां अपने अगले क्वेश्चन दे उत्ते। ਇਹਦੇ ਵਿੱਚ देखो जी की दिता गया है, ਤੁਹਾਨੂੰ एक बहुपद दिता गया है, ਉਹਦੇ ਵਿੱਚ पूछा गया कि सिफरां ਦੀ गिनती कितनी है, ठीक है। जितने पॉइंट ते x कोऑर्डिनेट ਨੂੰ x अक्ष ਨੂੰ, ठीक है, जिन्ने पॉइंट ते कटिया ਜਾਂਦਾ है ਉਹੀ ਉਹਦੇ ਜਿਹੜੀ ਹੈਗੇ ਸਿਫਰਾਂ ਦੀ ਗਿਣਤੀ ਮੰਨੀ ਜਾਂਦੀ। देखो जी ਇੱਥੇ सिर्फ एक पॉइंट ਤੇ कटिया ਜਾਂਦਾ है, इस करके सिफरां ਦੀ ਗਿਣਤੀ कितनी हो जाऊगी जी 1, ठीक है जी। अगला क्वेश्चन देखते हैं, जेकर समीकरण 3x + y + 8 = 0 ਅਤੇ 6x - 3y = -16 ਦਾ ਇੱਕ ਹੱਲ ਹੋਵੇ ਤਾਂ k ਦੀ ਵੈਲਿਊ फाइंड आउट करनी है। चलो जी इत्थों k ਦੀ वैल्यू ਆਪਾਂ ਕੱਢਣੀ ਹੈ, देखो मैं ਤੁਹਾਨੂੰ ਉੱਪਰ ਕਰਕੇ ਦਿਖਾ ਦਿੰਨੀ ਹਾਂ। 3x + y = ਇੱਥੇ -8 ਬਣ ਜਾਏਗਾ, ਉਧਰ ਜਾ ਕੇ ਇੱਥੇ 6x - ky = -16, ठीक है जी। ਹੁਣ ਇਹਨਾਂ ਨੂੰ ਆਪਾਂ ਸੋਲਵ ਕਰਦੇ ਹਾਂ, ਐਂ ਕਰਦੇ ਹਾਂ ਇਹਨੂੰ 2 ਦੇ ਨਾਲ ਮਲਟੀਪਲਾਈ ਕਰ ਦਿੰਨੇ ਆ ਤਾਂ ਇਹਨੂੰ सॉल्व कर लेने हैं। इत्थे 6x आ जाऊगा, इत्थे 2y आ जाऊगा, ते इत्थे -16 आ जाऊगा, राइट। इत्थे देखिए जी 6x, इत्थे -ky, इत्थे भी -16 ही पिया है। हुण देखो ए माइनस हो जाऊगा, ए प्लस हो जाऊगा, ए भी प्लस हो जाऊगा, ये आपस दे विच कट हो जाणगे। इत्थे अपने कोले y कॉमन आ जाऊगा, तो k + 2 बचूगा,
ठीक है जी। इत्थे देखो जी, ये तो 0 बन गया, ये भी आपस दे विच कट हो जाएंगे। ठीक है, हुण देखो या तो y की वैल्यू 0 आऊगी या फिर k + 2 की वैल्यू आऊगी 0, यानी कि k की वैल्यू की दे इक्वल आ जाऊगी -2 दे इक्वल आ जाऊगी। ठीक है, हाँ हुण देखो जी, इत्थों अपने कोले केड़ा ऑप्शन सही बनता है, k की वैल्यू -2 दे इक्वल साडे कोले आ रही है। देखो पहला नहीं बनता, इक्वल नहीं गा, दूसरा भी इक्वल है भी साडी दा, यानी कि डी ऑप्शन देखो इत्थे बिल्कुल करैक्ट बनूगा तुहाडा। ठीक है जी, आई होप ਤੁਹਾਨੂੰ ਇਹ क्लियर हो गया होगा क्वेश्चन। तो फिर ठीक है, आप अगले क्वेश्चन के ऊपर चलते हैं। अपना अगला प्रश्न देखते हैं। एक मिनट जी। हाँ जी, देखो ਆਪਾਂ ਨੂੰ ਦੋ ਦੇ ਰੱਖਿਆ ਹੈ, 2 ਤੇ k ਜਿਹੜਾ ਹੈਗਾ ਉਹ ਵੈਲਿਊ ਹੈ ਕਿਹਦੀ ਹੈ, ਇੱਕ ਹੱਲ ਹੈ ਇਸ ਇਕੁਏਸ਼ਨ ਦਾ। ਠੀਕ ਹੈ, ਇੱਥੇ ਕੁਛ ਨਹੀਂ ਜੀ, ਬਸ ਇਸ ਇਕੁਏਸ਼ਨ ਦੇ ਵਿੱਚ ਇਸ 2 ਤੇ k ਨੂੰ ਪੁੱਟ ਕਰ ਦਿਓ, x ਤੇ y ਦੇ ਕੋਆਰਡੀਨੇਟ ਆ ਉਹ 2 ਤੇ k, ਇਹਨੂੰ ਪੁੱਟ ਕਰ ਦਿਓ ਤੇ ਇੱਥੋਂ ਤੁਹਾਡੇ ਕੋਲੇ k ਦੀ ਵੈਲਿਊ ਆ ਜੂਗੀ। ਇੱਥੋਂ ਤੁਸੀਂ k ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤਾਂ ਇਹ ਹੋ ਜੂਗੀ 12 - 6 = 6। बी ऑप्शन ਤੁਹਾਡਾ ਸਹੀ ਹੋਊਗਾ। देखो जी, क्वेश्चन ਜਿਹੜਾ ਹੈਗਾ ਬੋਰਡ ਵੱਲੋਂ ਜਿਹੜਾ ਪੇਪਰ ਆਇਆ ਗਿਆ ਹੈ ਉਹਦੇ ਅਕੋਰਡਿੰਗ ਹੀ ਕੁਐਸਚਨ ਬਣਨਗੇ ਤੁਹਾਡੇ, ਇਸ ਕਰਕੇ ਕੁਐਸਚਨ ਤੁਹਾਨੂੰ ਰਿਪੀਟ ਹੁੰਦੇ ਲੱਗ ਰਹੇ ਹੈ, ਬਟ ਇਹ ਪ੍ਰੈਕਟਿਸ ਹੈ ਤੁਹਾਡੀ। ਜਿੰਨੀ ਜ਼ਿਆਦਾ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਉੱਥੇ ਕੁਐਸਚਨ ਪੇਪਰ ਉਨੀ ਹੀ ਛੇਤੀ ਸੋਲਵ ਹੋ ਜਾਊਗਾ। ਠੀਕ ਹੈ, क्वेश्चन मिलते जुलते ही होंगे है आपस दे विच। ठीक है, अगे देखो जी, हेठां दित्तियां समीकरणों विचों किहड़ा दो घाती समीकरण है। इत्थे फिर सानू क्वाड्रिक इक्वेशन पूछा गया। देखो जी, इहनूं आपां इहदे नाल मल्टीप्लाई करांगे तो इत्थे तो x क्यूब बन जूगा, इहनूं छड्ड दो जी। इधर भी देखो जी, पहले ही x क्यूब दी फॉर्म दे विच है, ये भी नहीं बन सकदा। इहनूं भी जे तुसीं आपां एलसीएम लैके मल्टीप्लाई करांगे, इत्थे भी x² इंटू x, यानी कि इत्थे भी x क्यूब बन जूगा, यानी कि ये भी गलत है। सिर्फ एक आही इक्वेशन बची है जिहड़ी कि तुहानूं दो घाती दी फॉर्म ਦੇ ਵਿੱਚ ਲੱਗਦੀ ਹੈ ਤੇ ਇਹ ਤੁਹਾਡਾ ਸਹੀ ਆਪਸ਼ਨ ਬਣੂਗਾ। ਅਗਲੇ ਕੁਐਸਚਨ ਦੇ ਵਿੱਚ ਤੁਹਾਡੇ ਤੋਂ ਸਾਂਝਾ ਅੰਤਰ ਪੁੱਛਿਆ ਗਿਆ ਹੈ। ਸਾਂਝਾ ਅੰਤਰ ਮਤਲਬ ਡਿਫਰੈਂਸ, ਕਾਮਨ ਡਿਫਰੈਂਸ, यानी कि d 7 - 2 = ਕਿੰਨਾ ਆ ਗਿਆ ਜੀ 5। ठीक है जी, ये AP है, ਇਹਦਾ ਕਾਮਨ ਡਿਫਰੈਂਸ ਇਸ ਤਰ੍ਹਾਂ ਕੱਢਿਆ ਜਾਂਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ y ਧੁਰੀ ਤੇ ਸਥਿਤ ਹੈ। ਦੇਖੋ ਜੀ, ਜਿਹੜਾ y ਕੋਆਰਡੀਨੇਟ ਤੇ y ਐਕਸਿਸ ਤੇ ਸਥਿਤ ਹੋਊਗਾ, ਜਿਹੜਾ ਕੋਆਰਡੀਨੇਟ ਬਣਨਗੇ ਉਹਦੇ ਵਿੱਚ ਜਿਹੜੀ x ਦੇ ਵੈਲਿਊ ਹੋਊਗੀ ਉਹ ਤਾਂ 0 ਹੀ ਹੋਊਗੀ, y ਦੀ ਵੈਲਿਊ ਕੁਝ ਵੀ ਹੋ ਸਕਦੀ ਹੈ। ਠੀਕ ਹੈ, ਤਾਂ ਇਹਦੇ 'ਚ ਜਿਹੜਾ ਤੁਹਾਡਾ C ਆਪਸ਼ਨ ਆ ਉਹ ਸਹੀ ਹੈ, ਕਿਉਂਕਿ ਇੱਥੇ x ਦੀ ਵੈਲਿਊ 0 ਹੈ, y ਕੋਆਰਡੀਨੇਟ ਕੋਈ ਵੀ ਹੋ ਸਕਦਾ। ਬਾਕੀ ਸਾਰਿਆਂ ਦੇ ਵਿੱਚ ਵੇਖ ਲਓ ਜੀ ਤੁਸੀਂ, ਕਿਤੇ ਵੀ x ਕੋਆਰਡੀਨੇਟ ਤੁਹਾਨੂੰ 0 ਨਹੀਂ ਦਿੱਤਾ ਗਿਆ। ठीक है जी, इस तरह चलते हैं अपने अगले क्वेश्चन के उत्ते। ਇਹਦੇ ਚ ਆਪਾਂ ਨੂੰ ਇਹ ਸਿੱਧਾ ਸਿੱਧਾ ਜੀ ਫਾਰਮੂਲਾ ਟ੍ਰਿਗਨੋਮੈਟ੍ਰਿਕ ਦਾ ਤੁਹਾਡਾ ਕੋਸਿਕੈਂਟ ਸਕੁਅਰ ਥੀਟਾ ਮਾਈਨਸ ਕੋਟ ਸਕੁਅਰ ਥੀਟਾ ਕਿਹਦੇ ਬਰਾਬਰ ਹੁੰਦਾ ਹੈ ਜੀ 1 ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ, ਅਗਲਾ क्वेश्चन देखो, ट्रायंगल ABC ਦੇ ਵਿੱਚ 10A ਦੀ ਵੈਲਿਊ ਪੁੱਛੀ ਗਈ ਹੈ। ਸੇਮ ਪ੍ਰੋਸੈਸ ਆਪਾਂ ਉਹੀ ਲਾਵਾਂਗੇ ਆਪਣੀ ਸਕੀਮ। ਠੀਕ ਹੈ ਜੀ, ਤਾਂ ਲੰਬ ਬਟਾ ਆਧਾਰ, ਲੰਬ ਕਿਹੜਾ ਹੈ ਜੀ ਇੱਥੇ, ठीक है CB है, और आधार केड़ा है जी साडा AB, CB बटा CB या BC बटा AB, यानी कि C ऑप्शन थोड़ा बिल्कुल करैक्ट आऊगा जी। टेंजेंट पूछा सानू, टेंजेंट A दी वैल्यू हुंदी हैगी है, टेंजेंट थीटा हुंदा है जी परपेंडिकुलर ओवर बेस। ठीक है जी, लंब बटा आधार, बेलन दी वक्र सतह दा ਖੇਤਰਫਲ ਪਤਾ ਕਰਨ ਦਾ ਸੂਤਰ ਹੈ ਜੀ। ਹਾਂਜੀ, ਬੇਲਨ ਦਿੱਤਾ ਗਿਆ ਸਾਨੂੰ ਇੱਕ, ਠੀਕ ਹੈ, ਉਹਦਾ ਸਾਡੇ ਤੋਂ ਖੇਤਰਫਲ ਪੁੱਛਿਆ ਗਿਆ ਹੈ। ਬੇਲਨ ਦਾ ਖੇਤਰਫਲ ਕੀ ਹੁੰਦਾ ਹੈ ਜੀ। ਹਾਂਜੀ, ਤੇ ਇੱਥੇ ਦੇਖੋ ਆਪਾਂ ਤੋਂ ਵਕਰ ਸਤਹ ਦਾ ਬੇਲਨ ਪੁੱਛਿਆ ਗਿਆ, ਵਕਰ ਸਤਹ ਯਾਨੀ ਕਿ ਕਰਵਡ ਸਰਫੇਸ ਏਰੀਆ, ਇੰਗਲਿਸ਼ ਦੇ ਵਿੱਚ ਇਹਨੂੰ ਲਿਖਦੇ ਹੈਗੇ ਕਰਵਡ ਸਰਫੇਸ ਏਰੀਆ। ਠੀਕ ਹੈ, ਬੇਲਨ ਦਾ, ਸਿਲੰਡਰ ਦਾ। ਠੀਕ ਹੈ, ਇਹ ਹੁੰਦਾ ਜੀ 2πRh। ਠੀਕ ਹੈ, ਤਾਂ ਆਪਸ਼ਨ ਨੰਬਰ B ਤੁਹਾਡਾ ਕਰੈਕਟ ਹੋਊਗਾ। अगर उन्होंने कला पूछा होंदा या टोटल पूछा होंदा तो फिर अपना फॉर्मूला दूसरा बन जाना सी। चलो जी, अगे चलते हैं। ਇਹਦੇ ਵਿੱਚ ਸਾਡੇ ਤੋਂ फिर पूछा गया है कि केड़ी आकृति चक्र दी छेदक रेखा ਨੂੰ ਦਰਸਾਉਂਦੀ है। ठीक है जी, छेदक रेखा केड़ी हुंदी है बच्चों जी, छेदक रेखा कहते हैं इंटरसेक्टिंग पॉइंट ਨੂੰ। ठीक है, इंटरसैक्शन पॉइंट ਨੂੰ या इंटरसेक्ट जो रेखा करती होवे। देखो जी, आप ता ਇਹਦੀ टेंजेंट बन गई, ये तो इंटरसेक्ट नहीं कर रही। आ जी है एक साइड तो कट रही है लेकिन ਇਹਨੂੰ पूरा पार नहीं करती। आ भी जी थोड़ी टेंजेंट ही है, ये भी गलत है, ये भी गलत है जी। बच गया जी डी ऑप्शन। ये देखो जी, इस पॉइंट तो लैके इस पॉइंट तक पूरे इस सर्कल ਨੂੰ दो पॉइंट्स ਦੇ ਉੱਤੇ कट कर रही है, इंटरसेक्ट कर रही है, ये ਇਹਦੀ छेदक रेखा बनेगी।
लिखो जी हेठ लिखा त्रिभुजा का अध्ययन करके दसो कि समरूपता किस कसौटी ਨੂੰ ਦਰਸਾਉਂਦੇ ਹੈ। देखो ਇਹਦੇ ਵਿੱਚ ਕੀ ਹੈ, देखो एंगल इक्वल है, आ भी एंगल एस एंगल ਦੇ इक्वल है, आ एंगल एस एंगल ਦੇ इक्वल ਦਿੱਤਾ ਗਿਆ। ਇੱਥੇ ਜੀ ਤਿੰਨੋਂ एंगल बराबर है ਤਾਂ ਇਹ एंगल समरूपता बन जूगी। आंसर नंबर बी बन जूगा जी ਤੁਹਾਡਾ। चलो जी अगे चलते हैं। अगे भी अगला क्वेश्चन भी पहला वांगू ही थोड़ा जा मिलता जुलता है। ਇਹਦੇ ਵਿੱਚ ਵੀ ਸਾਡੇ ਤੋਂ ਕੀ ਪੁੱਛਿਆ ਗਿਆ ਹੈ, ਬਹੁਲਕ ਦਾ ਪਤਾ ਕਰੋ। ਠੀਕ ਹੈ, ਦੇਖੋ ਜੀ ਬਹੁਲਕ ਕੀ ਹੋਊਗਾ, ਜਿਹੜੀ ਵੈਲਿਊ ਸਭ ਤੋਂ ਜ਼ਿਆਦਾ ਵਾਰ ਆਈ ਗਈ ਹੋਵੇ। ਇੱਕ ਦੇਖੋ 3 ਨੂੰ ਕਾਊਂਟ ਕਰਦੇ ਹਾਂ ਜੀ, 1 2 3 ਤੇ 4 ਵਾਰ ਆਇਆ ਹੋਇਆ ਹੈ 3, ਬਾਕੀ ਕੋਈ ਵੈਲਿਊ ਸਾਨੂੰ ਇੰਨੇ ਵਾਰ ਆਈ ਹੋਈ ਨਹੀਂ ਦਿਖ ਰਹੀ। ਠੀਕ ਹੈ ਜੀ, ਇਸ ਕਰਕੇ ਤੁਹਾਡਾ ਆਪਸ਼ਨ ਕੀ ਬਣ ਜੂਗਾ, 3 ਨੰਬਰ यानी कि सी ऑप्शन बन जूगा। किसी सिक्के नूं एक बार उछालन ते पट आउण दी संभावना की है जी। देखो जी पट यानी कि हैड या टेल आउण दी संभावना की होगी जी, 1/2 ही होगी। सिक्के दे 2 ही पहलू हुंदे है। टोटल प्रोबेबिलिटी जिहड़ी हुंदी है ओदी टोटल जिहड़ी प्रोबेबिलिटी हुंदी है, संभावना हुंदी है, वो 2 हुंदी है। आपां तो एक चीज बारे पूछा गया तां ओदी एक ही संभावना बन सकदी है। इस करके ऑप्शन नंबर सी तुहाडा करैक्ट होऊगा। अर्ध व्यास आर वाले चक्कर दा घेरा की हुंदा है। हाँ जी, घेरा की हुंदा है, घेरे नूं की कहा जांदा है, सरकमफ्रेंस 2πr। ठीक है जी, ऑप्शन नंबर बी सही है। देखो जी पाई आर स्केयर हुंदा ओदा क्षेत्रफल। ठीक है, ता आंसर की बन जूगा 2πr। चलो जी अगे चलते हैं, अपना अगला क्वेश्चन देखते हैं। ਇੱਥੇ देखो जी ਆਪਾਂ ਨੂੰ फिर गुणनखंड वाला क्वेश्चन आ गया। अभाज्य गुणनखंड रुख विच अज्ञात संख्या की होवेगी। अपने तो इस दी वैल्यू पूछी गई है, एनो जी 2 नाल डिवाइड कर दो, की आ गया जी 12। अपना आंसर की बन जूगा सी। ठीक है जी, ये एक नंबर के क्वेश्चन है जी, इन्हां नूं इस तरह ही फास्ट ही करना है, तुसी भी सॉल्व ਤਾਂ ਕਰਕੇ ਇਹ ਥੋੜਾ ਜਿਹਾ ਪ੍ਰੈਕਟਿਸ ਕਰ ਲਓ ਜੀ। ਜਿੰਨੀ ਜ਼ਿਆਦਾ ਪ੍ਰੈਕਟਿਸ ਹੋ ਜਾਊਗੀ ਬੱਚੋ ਉਨਾ ਹੀ ਛੇਤੀ ਹੋ ਜਾਊਗਾ ਕੁਐਸਚਨ ਤੁਹਾਡਾ। ਦੇਖੋ ਜੀ 2 ਸਮੀਕਰਨਾਂ ਤੁਹਾਨੂੰ ਦਿੱਤੀਆਂ ਗਈਆਂ ਔਰ ਤੁਹਾਡੇ ਤੋਂ k ਦੀ ਵੈਲਿਊ ਪੁੱਛੀ ਗਈ ਹੈ। ਇੱਕ ਵਾਰੀ ਫਿਰ ਮੈਂ ਇਸ ਕੁਐਸਚਨ ਨੂੰ ਤੁਹਾਡੇ ਲਈ ਕਰ ਲੈਣੀ ਹੈ। ਠੀਕ ਹੈ ਜੀ, ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਕੁਐਸਚਨ ਆਏ ਹੋਏ ਆ। ਇਹ ਚੀਜ਼ ਸਾਨੂੰ ਦਿੱਤੀ ਗਈ ਹੈ, ਰਾਈਟ। ਸਾਡੇ ਤੋਂ k ਦੀ ਵੈਲਿਊ ਪੁੱਛੀ ਹੈ। ठीक है जी, अगर मैं इस इक्वेशन को 3 नाल मल्टीप्लाई करदा तो यह आ जाएगी मेरी 3x माइनस 2 नहीं 6 सॉरी 6y हो जाऊगा जी। इत्थे इत्थे 9 हो जाना है, इत्थे 3x प्लस ky इज इक्वल टू 1 ही रहूगा। ठीक है जी, अगे थोड़ा देखो इत्थे की आ गया, ये कैंसल आउट हो जाऊगा, सॉरी इत्थे भी माइनस आऊगा, ये कैंसल हो जाऊगा। इधर देखो जी इत्थे तुसी y कॉमन लै सकते हो या फिर माइनस दा y कढ लो, इत्थे 6 प्लस k बन जाऊगा। इत्थे तुहाडा आ गया जी 9 चो 1 गया 8। ठीक है जी, हुण देखो y दी वैल्यू या तो -8 आ जाऊगी या आप इत्थे ऐ लिख सकते हैं -6 प्लस k इज इक्वल टू 8 कर दो जी तुसी। ठीक है, इत्थे की आऊगा देखो, या इनू माइनस ना मल्टीप्लाई कर लो पूरी इक्वेशन तो इधरली साइड माइनस आ जाऊगा, थोड़ा जिहा करना सौखा हो जाता है, माइनस या प्लस दे विच कन्फ्यूजन नहीं होंदी। ठीक है, इत्थों माइनस कट कर दो तो इधरली साइड लगा लो। ठीक है, इत्थे आ जाऊगा 6 प्लस k -8 है तो k दी वैल्यू कितनी आऊगी -8 -6। ठीक है, तो ये आ जाऊगा जी माइनस का कितना आया 8 ते 6 14 14। ठीक है, हुण देखो जी ऑप्शन दे विच कोई भी किसी दे भी इक्वल नहीं दिता गया। ठीक है, देखो इस तरह के बहुत घट चांस हुंदे कि तुहानूं ऑप्शन दे विच आंसर ना मिले, पर कई बार ऐ हो भी जाता है कि तुहानूं क्वेश्चन दे विच आंसर नहीं मिलता और क्वेश्चन के आंसर अजीबो-गरीब दिते गए हुंदे आ। पिछली बार भी आपां जिहड़ा क्वेश्चन कीता सी ओहदे विच भी आपां नूं इसे तरह दियां ही वैल्यूज देखण नूं मिलियां सीगीआं। ठीक है, बाकी तुसी इत्थे थोड़ा जिहा ध्यान दे के कर लो कि किते माइनस या प्लस की कोई गलती तो नहीं हुई है। आपां चैक कर लैंदे एक बारी फिर। नहीं जी, अपनी कैलकुलेशन इत्थे बिल्कुल सही है। देखो जी, ठीक है, अपनी वैल्यू आई है k दी वैल्यू आई है -14 दे इक्वल। देखो जी -14 ऐदा इत्थे कुछ भी नहीं दिता गया, पर आपां माइनस वाली साइड दे उत्ते देखो जी, माइनस वाली साइड यानी कि -1 -2 -3 -4 इस तरीके नाल जावांगे तां करके आपां नूं किते 14 मिलूगा। इत्थे हाईएस्ट वैल्यू देखो इधर -6 इन्हां ने दित्ती हुई है, नॉट इक्वल टू -6। ठीक है जी, ਇਹਦੇ इक्वल नहीं गी, बिल्कुल नहीं गी, साडी इक्वल तो हैगी -14 ਦੇ, ਤਾਂ ਆਪਾਂ ਆਪਸ਼ਨ ए लगावांगे ਇੱਥੇ। ठीक है जी, ਵੱਡੇ वाली देख लैनी हैगी नेगेटिव दे विच। फाइन, तो चलो अगला क्वेश्चन देखते हैं।
ਆਪਾਂ ਨੂੰ ਇੱਥੇ ਇੱਕ ਕੁਆਡਰਿਕ ਇਕੁਏਸ਼ਨ ਦਿੱਤੀ ਗਈ ਹੈ, ਦੋ ਘਾਤੀ ਬਹੁਪਦ ਦਿੱਤਾ ਗਿਆ ਹੈ, ਇਸ ਦੇ ਸਿਫਰਾਂ ਦਾ ਗੁਣਨਫਲ ਸਾਡੇ ਤੋਂ ਪੁੱਛਿਆ ਗਿਆ ਹੈ। ਮਲਟੀਪਲੀਕੇਸ਼ਨ ਕੀ ਹੁੰਦਾ ਹੈ ਜੀ, ਦੋ ਜਿਹੜੇ ਸਿਫਰਸ ਹੁੰਦੇ ਹੈ ਉਹ ਅਲਫਾ ਤੇ ਬੀਟਾ ਲਏ ਜਾਂਦੇ ਆ। ਮਲਟੀਪਲੀਕੇਸ਼ਨ ਹੁੰਦਾ ਹੈ C/A। ਦੇਖੋ ਜੀ C/A ਕਿਹੜੇ ਆਪਸ਼ਨ 'ਚ ਹੈ, A ਆਪਸ਼ਨ ਦੇ ਵਿੱਚ। ਇਸੇ ਤਰ੍ਹਾਂ ਹੀ ਸਾਨੂੰ ਇੱਕ ਬਹੁਪਦ ਦਿੱਤਾ ਗਿਆ ਹੈ, ਉਹਦੇ ਵਿੱਚ ਪੁੱਛਿਆ ਗਿਆ ਹੈ ਕਿ ਸਿਫਰਾਂ ਦੀ ਗਿਣਤੀ ਕਿੰਨੀ ਹੈ, ਯਾਨੀ ਕਿ ਉਹ x ਦੇ ਉੱਤੇ ਕਿੰਨੇ ਪੁਆਇੰਟਸ ਤੇ ਕੱਟ ਕਰ ਰਿਹਾ ਜੀ, ਇੱਕ ਪੁਆਇੰਟ ਤੇ ਕੱਟ ਕਰ ਰਿਹਾ, ਬਿਲਕੁਲ ਇੱਕ ਪੁਆਇੰਟ ਤੇ ਕੱਟ ਕਰ ਰਿਹਾ, ਇਸ ਕਰਕੇ ਦਾ ਆਪਸ਼ਨ ਕੀ ਬਣ ਜੂਗਾ, ਇੱਕ ਬਣ ਜੂਗਾ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਆਪਣਾ ਹੈ, ਆਪਾਂ ਨੂੰ ਇਹ ਇਕੁਏਸ਼ਨ ਦਿੱਤੀ ਗਈ ਹੈ ਤੇ ਉਹਦੇ ਦੋਵੇਂ ਕੋਆਰਡੀਨੇਟਸ ਦੀ ਵੈਲਿਊ ਸਾਨੂੰ ਦਿੱਤੀਆਂ ਗਈਆਂ ਹੈ। ਸਾਡੇ ਤੋਂ ਪੁੱਛਿਆ ਕੀ ਗਿਆ ਹੈ ਕਿ ਇਹਦੀ ਵੈਲਿਊ ਦੱਸੋ, ਸਾਨੂੰ ਇਸ ਕੋਆਰਡੀਨੇਟ ਦੀ ਵੈਲਿਊ ਪਤਾ ਕਰਨੀ ਹੈ। ਜਿਹੜੀ ਇਕੁਏਸ਼ਨ ਤੁਹਾਡੇ ਕੋਲੇ ਦਿੱਤੀ ਗਈ ਹੈ ਤੁਸੀਂ ਇਹਦੇ ਵਿੱਚ ਇਸ ਵੈਲਿਊ ਨੂੰ ਪੁੱਟ ਕਰਨਾ ਹੈ। ਠੀਕ ਹੈ ਜੀ, x ਦੀ ਥਾਂ ਤੇ x ਰੱਖ ਦੋ, y ਦੀ ਥਾਂ ਤੇ k ਆ ਜਾਊਗਾ ਜੀ। ਬਾਕੀ ਇਹਨੂੰ ਸੋਲਵ ਕਰ ਲਾਂਗੇ ਤਾਂ ਇੱਥੇ ਆ ਜਾਊਗਾ 1। k ਦੀ ਵੈਲਿਊ ਤੁਹਾਡੇ ਕੋਲੇ ਕਿੰਨੀ ਆ ਜਾਏਗੀ ਜੀ 1, ਕਿਉਂਕਿ 4 ਬਣ ਜਾਊਗਾ, 4 ਉਧਰ ਜਾ ਕੇ ਮਾਈਨਸ ਹੋ ਜਾਣਾ ਹੈ, ਇੱਥੇ ਆ ਜਾਊਗਾ ਜੀ 1। ਅੱਗੋਂ ਅਗਲਾ ਦੇਖਦੇ ਹਾਂ ਜੀ, ਹੇਠਾਂ ਦਿੱਤੀਆਂ ਸਮੀਕਰਨਾਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਫਿਰ ਤੁਹਾਡਾ ਉਸੇ ਤਰ੍ਹਾਂ ਦਾ ਹੀ ਕੁਐਸਚਨ ਹੈ, ਤੁਸੀਂ ਕਿਸ ਤਰ੍ਹਾਂ ਚੈੱਕ ਕਰਨਾ ਹੈ ਇਕੁਏਸ਼ਨਸ ਨੂੰ ਖੋਲ ਕੇ। ਦੇਖੋ ਜੀ, ਇੱਥੇ ਆਪਾਂ ਅਗਰ ਇਹਨੂੰ ਖੋਲਾਂਗੇ ਤਾਂ ਇੱਥੇ ਸਾਡੇ ਕੋਲੇ ਸਕੁਅਰ ਬਣੂਗਾ, ਰਾਈਟ। ਆਪਾਂ ਇੱਕ ਇੱਕ ਪੋਰਸ਼ਨ ਹੀ ਖੋਲ ਕੇ ਦੇਖ ਲਓ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ। ਦੇਖੋ ਜੀ, ਇੱਥੇ ਆਹ ਵਾਲੀ ਵੈਲਿਊ ਆਊਗੀ, ਰਾਈਟ, ਇੱਥੇ ਸਕੁਅਰ ਬਣੂਗਾ। ਆਪਣੇ ਤੋਂ ਪੁੱਛਿਆ ਹੈ ਨਹੀਂ ਹੈ, ਇਹਦਾ ਮਤਲਬ ਇਹ ਦੋ ਘਾਤੀ ਤਾਂ ਹੈਗੀ ਹੈ। ਇਧਰਲੇ ਪਾਸੇ ਇਹਦੀ ਵੈਲਿਊ ਦੇ ਉੱਤੇ ਕਿਤੇ ਵੀ ਸਕੁਅਰ ਹੈ ਨਹੀਂਗਾ ਜਾਂ ਕੁਝ ਹੈ ਨਹੀਂਗਾ, ਤਾਂ ਆਪਣੇ ਕੋਲੇ ਇਹ ਸਕੁਅਰ ਦੇ ਵਿੱਚ ਬਣੂਗੀ। ਆਹ ਵਾਲੀ ਦੇਖੋ ਜੀ ਕੀ ਬਣਿਆ, x² - 2x। ਇਧਰ ਜੇ ਆਪਾਂ ਨੂੰ ਮਲਟੀਪਲਾਈ ਕਰੀਏ ਤਾਂ ਇੱਥੇ ਸਿਰਫ x ਦੀ ਵੈਲਿਊ ਉਧਰ ਆ ਕੇ ਮਾਈਨਸ ਹੋ ਜੂਗੀ, ਇਹ ਵੀ ਸਾਡੀ ਹੈਗੀ ਹੈ। ਮਤਲਬ ਆ ਵੀ ਆਪਸ਼ਨ ਸਾਡਾ ਨਹੀਂ ਆਊਗਾ, ਆ ਵੀ ਨਹੀਂ ਆਊਗਾ, ਸਾਨੂੰ ਤਾਂ ਉਹ ਚਾਹੀਦੀ ਹੈ ਜਿਹੜੀ ਨਾ ਬਣੇ। ਠੀਕ ਹੈ, ਆ ਦੇਖੋ ਜੀ, ਇੱਥੇ ਸਿੱਧਾ ਕਿਊਬ ਦਿੱਤਾ ਗਿਆ, ਜਦੋਂ ਆਪਾਂ ਕਿਊਬ ਖੋਲਦੇ ਹਾਂ ਤਾਂ x ਦਾ ਕਿਊਬ ਆਊਗਾ ਹੀ ਆਊਗਾ, ਫਾਈਨ। ਤਾਂ ਆਪਣੀ ਇਹ ਆ ਵਾਲਾ ਜਿਹੜਾ ਹੈ ਸਮੀਕਰਨ ਉਹ ਸਹੀ ਹੋ ਜੂਗੀ। ਇੱਥੇ ਇਹ ਆਪਣੀ ਦੋ ਘਾਤੀ ਇਕੁਏਸ਼ਨ ਨਹੀਂਗੀ, ਦੋ ਘਾਤੀ ਸਮੀਕਰਨ ਨਹੀਂਗੀ। ਇਹ ਕਿੰਨੀ ਹੈ ਜੀ, 3 ਘਾਤੀ ਹੈ। ਠੀਕ ਹੈ, ਬਾਕੀ ਸਾਰੇ ਆਪਸ਼ਨ ਇੱਥੇ ਗਲਤ ਹੋ ਜਾਣਗੇ। ਅੱਗੇ ਦੇਖੀਏ ਜੀ, ਸਾਨੂੰ AP ਦਿੱਤੀ ਗਈ ਹੈ, ਉਹਦੇ ਵਿੱਚ ਸਾਂਝਾ ਡਿਫਰੈਂਸ ਪੁੱਛਿਆ ਗਿਆ, ਯਾਨੀ ਕਿ D ਪੁੱਛਿਆ ਗਿਆ ਹੈ, ਫਾਈਨ। ਤਾਂ D ਕੀ ਹੁੰਦਾ ਹੈ ਜੀ, B ਮਾਈਨਸ A ਹੁੰਦਾ ਹੈ। B ਕਿੰਨਾ ਹੈ ਜੀ -3, A ਕਿੰਨਾ ਹੈ ਜੀ ਮਾਈਨਸ ਇੱਥੇ ਆ ਜਾਊਗਾ ਜੀ ਪਲੱਸ। ਠੀਕ ਹੈ ਜੀ, ਪਲੱਸ ਦਾ 5 ਆ ਜਾਊਗਾ ਇੱਥੇ। ਤਾਂ ਇੱਥੇ ਇਕੁਏਸ਼ਨ ਦੇ ਵਿੱਚ D ਕਿੰਨਾ ਆ ਗਿਆ ਜੀ ਤੁਹਾਡਾ 2। ਤਾਂ ਆਪਸ਼ਨ ਕਿਹੜਾ ਬਣ ਗਿਆ ਸਹੀ। ਦੇਖੋ ਜੀ, ਇੱਥੇ ਮਾਈਨਸ ਪਲੱਸ ਦੀ ਗਲਤੀ ਨਾ ਕਰ ਲਿਓ, ਕੋ ਜਿਹੜਾ ਫਾਰਮੂਲਾ ਹੁੰਦਾ ਹੈ B ਮਾਈਨਸ A ਹੁੰਦਾ ਹੈ। ਹੁਣ ਦੇਖੋ B ਦੀ ਵੈਲਿਊ ਜਿਹੜੀ ਹੈ ਉੱਥੇ -3 ਹੈ, ਔਰ A ਦੀ ਵੈਲਿਊ ਕਿੰਨੀ ਹੈ -5 ਹੈ। ਇਹ ਤਾਂ ਇੱਕ ਮਾਈਨਸ ਇੱਥੇ ਪਿਆ ਹੀ ਹੈ ਸਾਡੇ ਕੋਲੇ, ਅਸੀਂ ਇੱਕ ਮਾਈਨਸ ਦਾ 5 ਆਪਦੇ ਕੋਲੋਂ ਵੀ ਲਾਉਣਾ ਹੈ, ਤਾਂ ਕਰਕੇ ਇਹ ਮਾਈਨਸ ਮਾਈਨਸ ਕਿੰਨਾ ਹੋ ਜਾਊਗਾ, ਪਲੱਸ ਹੋ ਜਾਊਗਾ। ਇਹ -3, ਇਹ ਪਲੱਸ ਦਾ 5, ਯਾਨੀ ਕਿ ਪਲੱਸ ਦਾ 2 ਆਊਗਾ, ਨਾ ਕਿ ਮਾਈਨਸ ਦਾ 2। ਠੀਕ ਹੈ ਜੀ, ਧਿਆਨ ਨਾਲ, ਇਹਦਾ ਆਪਸ਼ਨ B ਸਹੀ ਹੋਊਗਾ। ਅਗਲਾ ਕੁਐਸਚਨ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ ਪਹਿਲੀ ਚੌਥਾਈ ਵਿੱਚ ਹੈ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ ਪਹਿਲੀ ਚੌਥਾਈ ਵਿੱਚ ਹੁੰਦਾ ਹੈ। ਇਹਦਾ ਮਤਲਬ ਕੀ ਹੁੰਦਾ ਹੈ ਜੀ, ਇੱਥੇ ਇਹਦਾ ਮਤਲਬ ਇਹ ਹੈ ਜੀ, ਇੱਥੇ ਪਹਿਲੀ ਚੌਥਾਈ ਦਾ ਕਿ ਜਿਹੜੇ ਹੈਗੇ ਆ ਤੁਹਾਡਾ ਇਹ ਬਿੰਦੂ ਜਿਹੜੇ ਹੈਗੇ ਆ ਸਾਰੇ ਪੋਜ਼ਿਟਿਵ ਹੋਣੇ ਚਾਹੀਦੇ ਆ। ਕੁਆਡਰੈਂਟ ਦੀ ਗੱਲ ਹੋ ਰਹੀ ਹੈ ਇੱਥੇ, ਕੁਆਡਰੈਂਟ ਦੀ ਗੱਲ। ਠੀਕ ਹੈ ਜੀ, ਤਾਂ ਸਾਰੇ ਪੋਜ਼ਿਟਿਵ ਹੋਣਗੇ। ਜਿਹੜੇ ਪਹਿਲੀ ਚੌਥਾਈ ਦਾ ਮਤਲਬ ਹੁੰਦਾ ਹੈ ਸਾਰੇ ਪੋਜ਼ਿਟਿਵ ਵਾਲੇ, ਸਾਰੇ ਪੋਜ਼ਿਟਿਵ ਸਿਰਫ ਆਪ ਸਾਨੂੰ ਇਹਦੇ 'ਚ ਹੀ ਦੇਖ ਰਿਹਾ, ਇਹ ਦੋਨੋਂ ਨੈਗੇਟਿਵ ਹੋ ਗਏ ਜੀ, ਇੱਕ ਨੈਗੇਟਿਵ ਇੱਕ ਪੋਜ਼ਿਟਿਵ, ਇੱਕ ਨੈਗੇਟਿਵ ਇੱਕ ਪੋਜ਼ਿਟਿਵ ਇੱਕ ਨੈਗੇਟਿਵ, ਇਹ ਨਹੀਂ ਆਣਗੇ। ਪਹਿਲਾ ਆਪਸ਼ਨ ਸਹੀ ਬਣੂਗਾ। ਠੀਕ ਹੈ ਜੀ, ਅਗਲਾ ਕੁਐਸਚਨ ਹੈ ਆਪਣੇ ਕੋਲੇ 1 + 10 ਸਕੁਅਰ A। ਠੀਕ ਹੈ, ਇਹ ਤਾਂ ਜੀ ਤੁਹਾਡਾ ਫਾਰਮੂਲਾ ਹੈ, ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਇਹ ਕੀ ਹੁੰਦਾ ਹੈ 1 + 10 ਸਕੁਅਰ A ਆਪਣਾ ਕੀ ਬਣ ਜੂਗਾ ਜੀ, ਦੱਸੋ ਜੀ ਸਾਰੇ। ਠੀਕ ਹੈ, ਇਹ C ਬਣ ਜੂਗਾ। ਠੀਕ ਹੈ, ਆਪਣਾ C ਯਾਨੀ ਕਿ ਸੀਕੈਂਟ ਸਕੁਅਰ A ਬਣ ਜੂਗਾ ਆਪਣਾ, ਇਹ ਸੀਕੈਂਟ ਸਕੁਅਰ ਦੇ ਬਰਾਬਰ ਹੁੰਦਾ ਹੈ। ਠੀਕ ਹੈ ਜੀ, ਚਲੋ ਨੈਕਸਟ ਚੱਲਦੇ हैं। ਆਪਾਂ ਅੱਜ ਦਾ अपना अगला क्वेश्चन देखते हैं। ਦਿੱਤੀ त्रिभुज ABC ਵਿੱਚ cos A ਦਾ ਮੁੱਲ ਕੀ ਹੋਊਗਾ। ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ। cos A ਦਾ ਮੁੱਲ, cos ਕੀ ਹੁੰਦਾ ਹੈ ਜੀ ਆਪਣਾ ਜਿਹੜਾ ਹੁੰਦਾ ਹੈ ਬੇਸ, ਯਾਨੀ ਕਿ ਆਧਾਰ ਬਟਾ ਕਰਨ, ਯਾਨੀ ਕਿ ਇਹਨੂੰ ਕੀ ਬੋਲ ਹਾਈਪੋਟੇਨੀਅਸ। ਠੀਕ ਹੈ, ਆਧਾਰ ਬਟਾ ਕਰਨ ਹੁੰਦਾ ਹੈ। ठीक है, आधार अपना AB है, यानी कि AB बटा AC, AB बटा AC कितने है जी, पहला ऑप्शन सही है थोड़ा। ठीक है, ये याद हो गया होगा हुण तक दा जी। लाल बटा कक्का, आधार बटा कर्ण कोस। ठीक है जी, ये आधार है अपना AB, कर्ण है अपना AC। नैक्सट देखते हैं, गोले की सतह का खेत्रफल अते घनफल का अनुपात की होवेगा। ये आपां पहलां भी कीता सी, गोले की सतह का खेत्रफल ते घनफल का अनुपात की होगा 3:R। ठीक है जी, घनफल हुंदा तुहाडा वॉल्यूम जी,
ठीक है। और खेत्रफल ਤੁਹਾਡਾ ਕੀ ਹੁੰਦਾ ਹੈਗਾ ਏਰੀਆ, ठीक है। ਇਹ ਤੁਸੀਂ ਗੋਲੇ ਦਾ फाइंड आउट करना है, ठीक है। स्फीयर ਦਾ फाइंड आउट करना है, ठीक है। ਜੇ ਤੁਹਾਨੂੰ ਨਹੀਂ ਯਾਦ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਹੈਗੀ, ਆਪਾਂ ਪਹਿਲਾਂ ਵੀ ਕੁਐਸਚਨ ਦੇ ਵਿੱਚ ਕੀਤਾ ਸੀਗਾ। ਇਹਦਾ ਹੁੰਦਾ ਹੈਗਾ 4 ਪਾਈ r ਸਕੁਅਰ ਹੁੰਦਾ ਹੈ, ਇਹਦਾ ਵੋਲਿਊਮ ਹੁੰਦਾ ਹੈ 4/3 ਪਾਈ r ਕਿਊਬ। ਇਹ ਆਪਾਂ ਕੱਟ ਦਿੱਤਾ ਸੀਗਾ, ਇਹ ਉੱਪਰ ਚਲਾ ਜਾਂਦਾ ਹੈ, ਇਹਦੇ ਨਾਲ ਇਹ ਕੈਂਸਲ ਆਊਟ ਹੋ ਗਿਆ ਸੀ, ਇਹ 3/r ਰਹਿ ਗਿਆ ਸੀਗਾ ਜੀ, ਤੇ 3:r ਆਇਆ ਸੀ ਆਪਣਾ। ਫਾਈਨ। ਅੱਗੇ ਚੱਲਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜੀ ਆਕ੍ਰਿਤੀ ਚੱਕਰ ਦੇ ਛੇਦਕ ਰੇਖਾ ਨੂੰ ਦਰਸਾਉਂਦੀ ਹੈ। ਅਗੇਨ ਛੇਦਕ ਰੇਖਾ ਦੀ ਗੱਲ ਕੀਤੀ ਗਈ ਹੈ। ਇੰਟਰਸੈਕਟ ਸਿਰਫ ਆਪਣੀ ਆਹੀ ਰੇਖਾ ਕਰ ਰਹੀ ਹੈ ਜੀ, ਆਹ ਦਾ ਟੈਂਜੈਂਟ ਹੈ, ਆਹ ਦੀ ਕੋਡ ਹੈ, ਇਹਨੂੰ ਇੰਟਰਸੈਕਟ ਨਹੀਂ ਕਰ ਰਹੀ, ਬਾਹਰ ਨਹੀਂ ਜਾ ਰਹੀ। ਆਹ ਦਾ ਇਹਦਾ ਜੀ ਡਾਇਆਮੀਟਰ ਬਣ ਗਿਆ ਜੀ, ਵਿਆਸ ਬਣ ਗਿਆ, ਠੀਕ ਹੈ ਜੀ। ਤਾਂ ਕਰਕੇ ਆਪਸ਼ਨ ਨੰਬਰ ਬੀ ਤੁਹਾਡਾ ਕਰੈਕਟ ਆਊਗਾ। ਨੈਕਸਟ ਦੇਖਦੇ ਹਾਂ। चित्र का अध्ययन करके हेठ लिखिया विचों सही कथन चुनो, ठीक है। सही चुनना है जी। एंगल दसने हैं केड़ा बराबर बनूगा जी। देखो जी, ये 4 दे रखी है सानू, ये डबल है, ठीक है जी। हुण आ देखो जी, आह 2.5 है, मतलब एदी डबल केड़ी है जी, आ है, ठीक है। मतलब जिहड़ी कॉन्ग्रेंसी आऊगी वो ए बी ते पी क्यू दे विच आऊगी, ते ए सी ते पी सॉरी ए बी ते पी आर दे विच आऊगी, ते ए सी ते पी क्यू दे विच आऊगी, ठीक है। आ आपस दे विच बेस सेम ही है, ठीक है। ये देखो ਇਹਦਾ डबल आ दिता गया, इन्होंने दस रखा कि एंगल आ ते एंगल आ बराबर है, ते इन्होंने वैसे तो दस ही रखा सही कथन चुनना है। आपां नूं इहदे चों देखण नाल ही पता लग रहा है कि केड़ा सही बनूगा, ठीक है। एंगल जिहड़ा ए है कि एंगल क्यू दे बराबर है, नहीं जी बिल्कुल नहीं। ये तो देखो आ दोनों आपस दे विच पोर्शन दे विच है, यानी कि अगर आपां इहनूं इहदे उपर उल्टा करके रखिया जावे तो एंगल पी एंगल ए दे बराबर बनता है, तो ये गलत हो गया जी। एंगल बी इज इक्वल टू एंगल क्यू, देखो एंगल बी जिहड़ा है वो एंगल आर दे इक्वल बन रहा है, ना कि देखो उल्टा करके रखो, इहदे उपर रखो, इत्थे ए बनूगा, इत्थे बी बनूगा, ठीक है। नहीं सॉरी, इत्थे बी नहीं, इत्थे बी बनूगा और इत्थे सी बनूगा। उल्टा उल्टा करके रखना है, ऊपर रखना हैगा, ठीक है। क्योंकि देखना आप केड़ी केड़ी जड़ियां हैगियां पोर्शन दे विच आ रही हैगियां साइड्स, ठीक है। ते एंगल सी है जिहड़ा वो एंगल क्यू दे बराबर बनूगा जी, बिल्कुल बनूगा। एंगल सी इत्थे बन रहा है एंगल क्यू दे बराबर, तो सैकेंड ऑप्शन तुहाडा बिल्कुल सही है। एक टीम द्वारा फुटबॉल दे 10 मैचां विच कीते गए गोले हेठ लिखिया अनुसार है, तो बहुलक दसना है जी। बिल्कुल दस सकते हैं, 1 2 3 4, यानी कि 3 साडा बहुलक बनूगा जी इत्थे, ठीक है। जिहड़ा मैक्सिमम नंबर ऑफ वैल्यूज हुंदियां हैगियां ओही साडा बहुलक कहलाउंदा है। तो चलिए आप अगे चलते हैं, अगला क्वेश्चन देखते हैं, ठीक है। हेठ लिखिया विचों केड़ी संख्या किसी घटना की संभावना नहीं हो सकती, किसी घटना की संभावना नहीं हो सकती। देखो जी इत्थे की हुंदा है तुहाडा, कदे भी जिहड़ी संभावना हुंदी है, कदे भी जिहड़ी संभावना हुंदी है वो नैगेटिव नहीं हुंदी, ठीक है। एक गल दा ध्यान रखियो, संभावना कदे भी नैगेटिव च नहीं आउंदी, ठीक है जी। फ्रैक्शन आऊगी, परसेंटेज आ जूगी जी, और डेसिमल च भी आऊगी, बट नैगेटिव कदे नहीं हुंदी। तो नहीं केड़ी हो सकती है, आ वाली, ठीक है। कदे भी संभावना नैगेटिव नहीं हुंदी, ठीक है। प्रोबेबिलिटी हमेशा पॉजिटिव हुंदी है। जेकर एक चक्कर का परिमाप जिहड़ा है और खेत्रफल है वो आपस दे विच बराबर है 2 पाई आर इज इक्वल टू पाई आर स्क्वेयर, तो उस चक्कर का व्यास कितना है, यानी कि डी साडे तो पूछा गया है व्यास। ध्यान रखियो इत्थे देखो जी, पाई दे नाल पाई कैंसल, आर दे नाल एक आर कैंसल, साडे कोले आर दी वैल्यू 2 है, लेकिन साडे तो व्यास पूछा गया, अर्ध व्यास नहीं पूछा। ये हुंदा है जी तुहाडा अर्ध व्यास, ठीक है। आर तुहाडा रेडियस हुंदी है अर्ध व्यास, लेकिन साडे तो व्यास पूछा गया है, ये पूरा हुंदा है रेडियस दा डबल। आर जिहड़ा डी हुंदा है वो 2r दे बराबर हुंदा है, यानी कि 2 × 2 = 4 आंसर तुहाडा आऊगा। बी ऑप्शन तुहाडा इत्थे करैक्ट होऊगा जी, बी, ठीक है जी। 4 साडे तो व्यास पूछा गया सीगा, पिछले क्वेश्चनां दे विच असीं अर्ध व्यास दी गल कीती सीगी। ध्यान नाल क्वेश्चन नूं पढ़ के करना है जी, ठीक है। अगे देखो की है, आवाज गुणनखंड विच सिर तो फिर पूछी गई है, वैल्यू कित्थे जाके पूछी है देखते हैं, इत्थे पूछी है जी। देखो 60 नूं 2 नाल डिवाइड करांगे तो कितना आ जाऊगा 8, डी ऑप्शन तुहाडा करैक्ट होऊगा। नैक्सट चलो जी, बहुपद सानू दिता गया दी घात किन्नी है, इहदे विच साडे तो पावर पूछी गई है, इहदी पावर किन्नी है, तो यही केड़ा है जी, केड़ा बहुपद है साडे कोले, ये साडे कोले दिता गया 3 वाला, ठीक है जी। दिता होया आलेख बहुपद पी एक्स दा है,
ਤਾਂ ਇਹਦੇ ਤੋਂ ਸਾਡੇ ਤੋਂ ਕੀ ਪੁੱਛਿਆ ਗਿਆ, ਸਿਫਰਾਂ ਦੀ ਗਿਣਤੀ। ਫਿਰ ਦੁਬਾਰਾ ਕਿੱਥੇ ਕੱਟ ਹੋ ਰਿਹਾ ਜੀ, 2 ਪੁਆਇੰਟ ਤੇ ਕੱਟ ਹੋ ਰਿਹਾ, ਸਿਫਰਾਂ ਦੀ ਗਿਣਤੀ ਕਿੰਨੀ ਹੋ ਜਾਊਗੀ ਜੀ, 2 ਹੋ ਜਾਊਗੀ। ठीक है, ਨੈਕਸਟ ਦੇਖੀਏ ਸਮੀਕਰਨ x + y = 14 ਅਤੇ x - y = 4 ਵਿੱਚ x ਅਤੇ y ਦਾ ਮੁੱਲ ਕੀ ਹੈ। ਦੇਖੋ x ਤੇ y ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਬਹੁਤ ਸੌਖਾ ਜਿਹਾ ਕੁਐਸਚਨ ਹੈ। ਦੇਖੋ x - y ਇੱਥੇ 4 ਆ ਗਿਆ, ਇਹਨੂੰ ਹੱਲ ਕੀਤਾ ਤਾਂ ਪਹਿਲਾਂ ਹੀ ਕੱਟ ਆਊਟ ਹੋ ਗਿਆ, ਤੇ ਇੱਥੇ 2x ਆ ਜਾਏਗਾ ਜੀ, ਇੱਥੇ ਬਚੇਗਾ ਤੁਹਾਡੇ ਕੋਲੇ 18। x ਦੀ ਵੈਲਿਊ ਕਿੰਨੀ ਹੋ ਜਾਏਗੀ, 9। ਠੀਕ ਹੈ, ਕਿੱਥੇ ਹੈ ਜੀ x ਦੀ ਵੈਲਿਊ 9, ਦੇਖੋ ਜੀ ਇੱਕ ਆਪਸ਼ਨ ਦੇ ਵਿੱਚ ਹੀ x ਦੀ ਵੈਲਿਊ 9 ਹੈ, ਬਾਕੀ ਆਪਾਂ ਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈ, ਲੇਕਿਨ ਫਿਰ ਵੀ ਆਪਾਂ ਆਪਣੇ ਕੋ ਆਨਸਰ ਜਿਹੜਾ ਹੈ ਪਰਫੈਕਟ ਹੋ ਜਾਏ ਇਹਦੇ ਲਈ ਆਪਾਂ ਸੋਲਵ ਕਰ ਦਿੰਦੇ ਹਾਂ। x ਦੀ ਵੈਲਿਊ 9 ਪੁੱਟ ਕਰ ਦਿਓ ਜੀ ਪਹਿਲੇ ਸਮੀਕਰਨ ਦੇ ਵਿੱਚ, ਇੱਥੇ ਆ ਜਾਊਗਾ y ਦੀ ਵੈਲਿਊ 14 - 9 ਕਿੰਨਾ ਹੋ ਗਿਆ ਜੀ, 14 - 9 5, 9 5 14 ਹੁੰਦੇ ਆ ਜੀ, ਬਿਲकुल ठीक है। चलो तो अपना ऑप्शन की बन गया, बी ऑप्शन करेक्ट हो गया। नैक्सट चलते हैं अपने अगले क्वेश्चन ते। सानू समीकरण दित्ती गई आ ते आ वाली दा हल की है, इहदा दसना है जी आपां कि कोई हल निकलदा है कि नहीं निकलदा। तो आपां इहनू कढ के देख सकते हैं, थोड़ा जिहा पहलां इहनू थोड़ा जिहा सही करके लिख लो। देखो जी 3x - y = 3 दिता गया, अगर मैं इस पूरी इक्वेशन नू 13 नाल डिवाइड करदा तां 3x - y = ये भी 3 आ गया जी, दोनों इक्वेशंस तां बराबर ही हो गईयां, इत्थे तां कोई हल नहीं निकलिया, इहदा कोई हल नहीं है। बी ऑप्शन थोड़ा परफेक्ट होगा, कोई हल नहीं होगा। ठीक है जी, चलो अगला क्वेश्चन देख। अपना अगला क्वेश्चन हैगा, दो घाती समीकरण ਆਪਾਂ ਨੂੰ ਦਿੱਤੀ ਗਈ ਹੈ, ਇਹਦਾ ਡਿਸਕ੍ਰਿਮੀਨੇਟ ਲਿਖਣਾ ਹੈ। ਡਿਸਕ੍ਰਿਮੀਨੇਟ d = ਹੁੰਦਾ ਹੈ b² - 4ac। ਠੀਕ ਹੈ, ਇਸ ਦੀ ਆਪਾਂ ਨੂੰ ਵੈਲਿਊ ਲਿਖਣੀ ਹੈ = 0। ਠੀਕ ਹੈ, ਤੇ ਇੱਥੇ ਦੇਖੋ b² - 4ac ਦੀ ਵੈਲਿਊ ਆਪਾਂ ਕੱਢਣੀ ਹੈ। ਆਪਣੇ ਕੋਲੇ b ਕਿੰਨਾ ਹੈ ਜੀ, ਦੇਖੋ b ਹੈਗਾ -4, a ਆਪਾਂ ਨੂੰ ਦਿੱਤਾ ਗਿਆ ਹੈ 2 ਔਰ c ਆਪਣੇ ਕੋਲੇ ਹੈਗਾ 3, ਬਸ ਇੱਥੇ ਵੈਲਿਊ ਰੱਖ ਦੋ। ਠੀਕ ਹੈ, ਯਾਨੀ कि -4 ਦਾ होल स्क्वायर। ठीक है, सॉरी हाँ ठीक है, -4 इत्थे है, माइनस इत्थे 2 आ जाएगा, इत्थे 3 आ जाएगा, राइट। इत्थे आ जाएगा 16, -4 दा होल स्क्वायर आ जाएगा 16 माइनस, ठीक है, ये 4 दूनी 8 ते 8 दिया 24, इत्थे आ गया 24। ठीक है, इत्थे क्या आ जाएगा माइनस दा 8, यानी कि डिस्क्रिमिनेट दी वैल्यू कितनी आ जाएगी अपने कोले -8। ठीक है जी, इस तरह डिस्क्रिमिनेट दी वैल्यू कड्ढी जाती है। अगे फिर अपने तो की पूछा गया है, साझा अंतर। साझा अंतर की हुंदा है डी, कितना आ जाऊगा 33 - 37। ठीक है, नेगेटिव वैल्यू आऊगी जी, पिछे वाला बड़ा है, बड़े वाला दे अगे माइनस दा साइन लग्या होया है। ठीक है, कितनी आ जाऊगी 4 3 7 4 माइनस दा 4। ठीक है, बिल्कुल जी। चलो यह आ जाएगा अपना -4, नेगेटिव वैल्यू आऊगी -4, थोड़ा आंसर सही आऊगा। ठीक है जी, अगला है बिंदु 3 ते 4 दी मूल बिंदु तो दूरी कितनी है। ਆਪਾਂ ਨੂੰ ਕੋਈ ਮੂਲ ਬਿੰਦੂ ਯਾਨੀ ਕਿ 0 0 ਆਪਣੇ ਮੂਲ ਬਿੰਦੂ ਹੁੰਦੇ ਆ, ਉਹਦੇ ਤੋਂ 3 ਤੇ 4 ਦੀ ਇਹ ਕੋਆਰਡੀਨੇਟ ਹੈ, ਕੋਈ ਬਿੰਦੂ ਹੈ, ਇਹਦੀ ਆਪਣੇ ਤੋਂ ਡਿਸਟੈਂਸ ਪੁੱਛੀ ਗਈ ਹੈ। ਤਾਂ ਡਿਸਟੈਂਸ ਫਾਰਮੂਲਾ ਆਪਾਂ ਇੱਥੇ ਲਾਉਣੇ ਹੁੰਦੇ ਆ। ਡਿਸਟੈਂਸ ਫਾਰਮੂਲਾ ਕੀ ਕਹਿੰਦਾ ਹੈ, √of x2 - x1 ਦਾ ਹੋਲ ਸਕੁਆयर प्लस y2 - y1 ਦਾ ਹੋਲ ਸਕੁਆयर। ਇਹ ਆਪਣਾ ਡਿਸਟੈਂਸ ਫਾਰਮੂਲਾ ਹੈ, ਦੂਰੀ ਮਾਪਣ ਦਾ ਫਾਰਮੂਲਾ ਹੈ। ਠੀਕ ਹੈ, ਇੱਥੇ ਕੀ ਹੁੰਦਾ ਜੀ, x2 मतलब 3 - 0 यानी कि 3 ਦਾ ਹੋਲ ਸਕੁਆयर प्लस ਇੱਥੇ ਆ ਜਾਊਗਾ 4 ਦਾ ਹੋਲ ਸਕੁਆयर ਦਾ ਅੰਡਰ रूट, मतलब 9 + 16 अंडर रूट आ जाऊगा, ਤੇ ਇਹ ਆ ਜਾਊਗਾ 25 ਦਾ ਅੰਡਰ रूट यानी कि 5। 5 ਤੁਹਾਡਾ ਬਿਲਕੁਲ ਸਹੀ ਆਨਸਰ ਹੈ ਮੂਲ ਬਿੰਦੂ ਤੋਂ। ਠੀਕ ਹੈ, ਮੂਲ ਬਿੰਦੂ ਹੁੰਦਾ ਹੈ ਆਪਣਾ ओरिजिनल पॉइंट। ठीक है, ओरिजिनल पॉइंट ਦੇ ਕੋਆਰਡੀਨੇਟ ਕਿੰਨੇ ਹੁੰਦੇ ਆ ਜੀ, 0 0 0 0 ਤੇ ਇੱਕ ਦੂਜਾ ਪੁਆਇੰਟ ਆਪਾਂ ਨੂੰ ਆ ਦੇ ਰੱਖਿਆ ਹੈ, ਇਹਨਾਂ ਦੇ ਵਿਚਕਾਰ ਦੀ ਦੂਰੀ ਆਪਾਂ ਨੂੰ ਫਾਈਂਡ ਆਊਟ ਕਰਨ ਨੂੰ ਕਿਹਾ ਹੈ। ਅਗਲਾ ਕੁਐਸਚਨ ਤੇ ਚੱਲਦੇ ਹਾਂ। 1 - cos² a ਕਿਹਦੇ ਬਰਾਬਰ ਹੁੰਦਾ ਹੈ ਜੀ, ਆਪਾਂ ਨੂੰ ਪਤਾ ਹੈ sin² a + cos² a = 1 ਹੁੰਦਾ ਹੈ। ਇਹਨੂੰ ਉਧਰ ਲੈ ਕੇ ਤਾਂ ਇਹ ਕਿਹਦੇ ਬਰਾਬਰ ਆ ਗਿਆ ਜੀ, sin² a ਦੇ। ਠੀਕ ਹੈ ਜੀ, ਇਹ ਆਪਸ਼ਨ ਤੁਹਾਡਾ ਕਰੈਕਟ ਹੋਊਗਾ। ਨੈਕਸਟ ਚੱਲਦੇ ਹਾਂ, ਆਪਣਾ ਅਗਲਾ ਕੁਐਸਚਨ ਲੈਂਦੇ ਹਾਂ। देखो जी ABC ਆਪਾਂ ਨੂੰ ਇੱਕ ट्रायंगल दे रखा है, जिसका कोण ਜਿਹੜਾ है B है वो समकोण है, यानी कि यह 90 डिग्री का कोण है। ठीक है, ਆਪਾਂ तो AB ਦੀ वैल्यू ਆਪਾਂ ਨੂੰ ਦੇ ਰੱਖੀ है जी 24। ठीक है, BC ਦੀ वैल्यू जी ਸਾਨੂੰ ਦੇ ਰੱਖੀ है 7 सेंटीमीटर। ਸਾਡੇ ਤੋਂ sin A ਦਾ ਮੁੱਲ ਪੁੱਛਿਆ है। ठीक है जी, sin A ਕੀ ਹੁੰਦਾ है जी L/K। L/K मतलब लंब बटा कर्ण। लंब ਹੁੰਦਾ है परपेंडिकुलर बटा कर्ण। ठीक है जी, कर्ण कितना है जी अपना जो भी है ए परपेंडिकुलर अपॉन हाइपोटेनियस। ठीक है, इंग्लिश ਦੇ ਵਿੱਚ। ठीक है, sin A ਦਾ ਮੁੱਲ ਪੁੱਛਿਆ ਹੈ। ठीक है, बट ਇੱਥੇ ਆਪਾਂ ਨੂੰ ਲੰਬ ਨਹੀਂ ਪਤਾ, ਲੰਬ ਆਪਾਂ ਨੂੰ ਨਹੀਂ ਪਤਾ।
ठीक है। बट आपां नूं की पता है, एंगल पता है, ये एंगल जिहड़ा है अपना वो 90 डिग्री का एंगल है, ये कोई ए एंगल है। ठीक है, आपां किस तरह इन्हां दी वैल्यू लिख सकते हैं। ठीक है, ये आपां हुण देखते हैं इहदे च किवें करांगे। ਆਪਾਂ ਨੂੰ ਇਹਦੇ ਵਿੱਚ देखो जी पहला BC ਦੀ वैल्यू फाइंड आउट करनी पऊगी। देखो जी ਸਾਨੂੰ ਤਾਂ परपेंडिकुलर चाहिए, लंब चाहिए, ਸਾਨੂੰ ਇਹਦੀ वैल्यू चाहिए है, फिर ही ਆਪਾਂ साइन ਦੀ वैल्यू ਇੱਥੇ लिख सकते हैं। ठीक है, ਇੱਥੇ 90 डिग्री एंगल होने का कोई मतलब नहीं। अगर ਸਾਨੂੰ ਕੋਈ ਆਹ ਵਾਲਾ एंगल ਦਿੱਤਾ ਹੁੰਦਾ ਤਾਂ ਫਿਰ ਅਸੀਂ ਕੋਈ ट्रिग्नोमेट्रिक फार्मूला भी ला सकते ਸੀਗੇ। देखो जी BC ਦੀ वैल्यू ਕੱਢਣ ਵਾਸਤੇ ਆਪਾਂ ਪਾਇਥਾਗੋਰਸ ਥਿਓਰਮ ਲਾਵਾਂਗੇ। ਆਪਣੀ ਪਾਇਥਾਗੋਰਸ ਥਿਓਰਮ ਕੀ ਕਹਿੰਦੀ ਹੁੰਦੀ ਹੈ ਆਪਣੀ, ਕਿ AC BC ਦਾ ਸਕੁਅਰ ਨਿਕਲੂਗਾ, AC ਦਾ ਸਕੁਅਰ ਦੇ ਵਿੱਚੋਂ ਆਪਾਂ ਮਾਈਨਸ ਕਰ ਦਿੰਨੇ ਹੈ बेस। ठीक है जी, AC अपना सॉरी BC ਆਪਾਂ ਨੂੰ ਦੇ ਹੀ ਰੱਖਿਆ ਹੈ, सॉरी जी देखो ਇੱਥੇ ਥੋੜੀ ਜੀ ਮਿਸਟੇਕ ਹੋ ਗਈ जी। BC ਦੀ ਵੈਲਿਊ ਆਪਾਂ ਨੂੰ 7 ਦੇ ਰੱਖੀ ਹੈ, ਆਪਾਂ ਨੂੰ ਜਿਹੜਾ ਹੈ ਇਹ ਆ ਫਾਈਂਡ ਆਊਟ ਕਰਨਾ ਹੈ, AC ਫਾਈਂਡ ਆਊਟ ਕਰਨਾ ਹੈ। ਠੀਕ ਹੈ, ਬਸ ਇੱਥੇ ਥੋੜੀ ਜੀ ਮਿਸਟੇਕ ਇਹ ਹੋ ਗਈ जी, BC ਦੀ ਵੈਲਿਊ ਸਾਨੂੰ ਦੇ ਰੱਖੀ ਹੈ ਤੇ AC ਕਿੰਨਾ ਹੁੰਦਾ, AC ਸਕੁਅਰ ਇਜ਼ ਇਕੁਅਲ ਟੂ ਆ ਜਾਊਗਾ BC ਦਾ ਸਕੁਅਰ ਪਲਸ AB ਦਾ ਸਕੁਅਰ, ਰਾਈਟ। ਹਾਂਜੀ, BC ਕਿੰਨਾ ਹੈ 7 ਦਾ ਸਕੁਅਰ ਪਲਸ 24 ਦਾ ਸਕੁਅਰ। ठीक है, ਇਹਦੀ वैल्यू 94 आ जूगी, ਇਹਦੀ वैल्यू आ जूगी 24 इंटू 24 ਹੁੰਦਾ ਹੈ ਆਪਣਾ 576। ठीक है जी, 24 इंटू 24 ਹੁੰਦਾ ਆਪਣਾ 576, ਆਪਾਂ ਇੱਥੇ ਲਿਖ ਲੈਂਦੇ ਹਾਂ 576। ठीक है, ਇਹਨਾਂ ਦੋਵਾਂ ਨੂੰ ਆਪਾਂ ਜੇ ਪਲੱਸ ਕਰਦੇ ਹਾਂ ਤਾਂ ਆਪਣੇ ਕੋਲੇ ਆ ਜਾਊਗਾ 625, ਰਾਈਟ। ਇਹਨਾਂ ਦਾ ਸਮ ਆ ਬਣਦਾ ਹੈ ਜੀ। ਅੱਗੇ ਦੇਖੋ ਜੀ ਆਪਾਂ AC ਹੈ, ਆਪਾਂ AC ਦਾ ਸਕੁਅਰ ਹੈ, AC ਕੱਲਾ ਕਿੰਨਾ ਆ ਜਾਊਗਾ, ਇਹਦਾ ਅੰਡਰ ਰੂਟ ਲੈ ਲਓ ਜੀ। 625 ਦਾ ਅੰਡਰ ਰੂਟ ਕਿੰਨਾ ਹੁੰਦਾ 25। ठीक है, ਹੁਣ ਜੀ ਸਾਡੇ ਕੋਲੇ AC ਵੀ ਆ ਗਈ ਕਿੰਨੀ 25। ਹੁਣ ਅਸੀਂ ਸਾਈਨ A ਦੀ ਵੈਲਿਊ ਲਿਖ ਸਕਦੇ ਹਾਂ, ਸਾਈਨ A ਹੁੰਦਾ ਹੈ ਲੰਬ, ਯਾਨੀ ਕਿ 7 ਬਟਾ ਹਨਾ ਕਰਨ ਕਿੰਨਾ ਹੋ ਗਿਆ ਜੀ 25, 7 ਬਟਾ 25 ਕਿਹੜਾ ਆਪਸ਼ਨ ਬਣਦਾ ਹੈ ਜੀ, ਇਹ ਆਪਸ਼ਨ ਸਾਡਾ ਕਰੈਕਟ ਆਨਸਰ ਬਣੂਗਾ। ਦੇਖੋ ਜੀ ਕੁਐਸਚਨ ਉਸੇ ਤਰੀਕੇ ਦੇ ਹੀ ਆ, ਉਸੇ ਹੀ ਟ੍ਰਾਇੰਗਲ ਤੇ ਬੇਸ ਹੈ, ਬਸ ਥੋੜੇ ਜਿਹੇ ਘੁਮਾ ਫਰਾ ਕੇ ਪੁੱਛ ਲਿੱਤੇ ਜਾਂਦੇ ਆ। ਅਗਲਾ ਦੇਖੋ ਜੀ, ਅਰਧ ਵਿਆਸ R ਅਤੇ ਉਸ ਦੀ ਉਚਾਈ H ਵਾਲੇ ਬੇਲਣ ਦੇ ਆਇਤਨ ਦਾ सूत्र है। ठीक है, बेलन दे आयतन दा सूत्र है, बेलन है यानी सिलेंडर दे रखा है सानू, ਉਹਦੇ ਵਿੱਚ R ਸਾਡੀ ਰੇਡੀਅਸ ਹੈ ਤੇ H ਸਾਡੀ ਉਚਾਈ ਹੈ। ਠੀਕ ਹੈ, ਉਹਦੇ ਆਇਤਨ ਦਾ ਸੂਤਰ ਕੀ ਹੁੰਦਾ ਹੈ ਇਹ ਤੁਸੀਂ ਲਿਖਣਾ ਹੈ। ਇਹ ਤਾਂ ਸਿੰਪਲ ਸੂਤਰ ਹੀ ਤੁਸੀਂ ਯਾਦ ਕਰ ਰੱਖੇ ਹੋਣੇ ਆ ਸਿੰਪਲ, ਤਾਂ ਉਸ ਤਰ੍ਹਾਂ ਇਹਦਾ ਆਨਸਰ ਕੀ बन जूगा जी पाई आर स्क्वायर H, राइट। अगला चलते हैं, चक्कर के अंदर स्थित किसी बिंदु तो चक्कर ते खिंचिया गई स्पर्श रेखावां की संख्या है। देखो कोई चक्कर दे रखा है थानू, कोई सर्कल दे रखा है थानू। ठीक है, चक्कर दे अंदर स्थित, एस अंदर स्थित कोई भी अंदर स्थित बिंदु है तो चक्कर ते खिंचिया गई स्पर्श रेखावां। देखो जी ये तो स्पर्श रेखा खिंचनी, आप तो कोई भी स्पर्श रेखा नहीं खिंच सकते बच्चे। स्पर्श रेखा हमेशा चक्कर दे बाहर वाली रेखावां तो खिंचिया जा सकती हैं इस तरह। ठीक है जी, स्पर्श रेखा आह बनेगी, पर अंदर अजे कोई बिंदु उस तो आप स्पर्श रेखा किवें खिंच सकते हैं, इन्हां विचों ठीक है तो सी ऑप्शन आता थोड़ा जी करेक्ट आंसर आऊगा, क्योंकि जीरो कोई रेखा नहीं खिंच सकते आपस पर अंदर स्थित बिंदु। ठीक है, इस गल का ध्यान रखना है कि बिंदु कित्थे है। ठीक है, अगर बिंदु तुहानू बाहर दिता गया बिल्कुल खिंच सकते हैं इस तरह, बिंदु नू मिलाउण वाली स्पर्श रेखावां आपां खिंच सकते हैं इस तरह। ठीक है जी, बट जे अंदर दे रखा है तो कोई रेखा नहीं खिंची जाएगी। दो समरूप त्रिभुज है जिसदियां भुजावां 4:9 ਦੇ 4:9 ਦੇ अनुपात ਵਿੱਚ है। ठीक है, इन्हां भुजावां ਦੇ ਖੇਤਰਫਲਾਂ ਦਾ अनुपात की होगा। ठीक है, समरूप मतलब समरूप ਹੁੰਦੇ है इक्विलेटर ट्रायंगल। ठीक है, मतलब एक ਜਿਹੜਾ ट्रायंगल ਉਹਦੀਆਂ ਸਾਰੀਆਂ ਜਿਹੜੀਆਂ ਇਹ 4 ਸਾਈਡਸ ਹੈ, दूसरा एक ਜਿਹੜਾ ट्रायंगल है ਉਹਦੀਆਂ 9 ਸਾਈਡਸ ਹੈ। ठीक है, ਉਹਨਾਂ ਨੇ ਇਹਨਾਂ ਦਾ अनुपात ਦੇ ਰੱਖਿਆ ਹੈ, ਇਹਨਾਂ त्रिभुजां ਦੇ ਖੇਤਰਫਲ ਦਾ अनुपात, यानी कि ਇਹਨਾਂ ਸਾਰੇ ट्रायंगल्स ਦਾ ਦੋਨਾਂ ਦਾ ਅਸੀਂ ਕੀ ਕਰਨਾ ਹੈ, एरिया फाइंड आउट करना है। ठीक है जी, एरिया ਦਾ फार्मूला ਕੀ ਹੁੰਦਾ ਹੈ, ਆਪਾਂ ਥੋੜਾ ਜਿਹਾ ਇੱਥੋਂ ਸਾਫ਼ ਕਰ ਲਿੱਤਾ। ठीक है जी, इक्विलेटर ट्रायंगल ਦੇ ਜਿਹੜਾ ਖੇਤਰਫਲ ਹੁੰਦਾ ਹੈ ਉਹ ਹੁੰਦਾ ਹੈ √3/4 * a²। ਇਹ ਫਾਰਮੂਲਾ ਹੁੰਦਾ ਹੈ। ਹੁਣ ਦੇਖੋ ਜੀ ਇੱਥੇ a ਦੀਆਂ ਦੋ ਵੈਲਿਊ ਹੈ, ਇੱਕ ਤਾਂ 4 ਹੈ, ਇੱਕ ਵਾਰੀ ਆਪਾਂ ਲੈਣੀ ਹੈ 9, ਤੇ ਇਹਨਾਂ ਦੇ ਆਪਾਂ ਰੇਸ਼ੋ ਹੀ फाइंड आउट करना है। ठीक है, ਇਹਨਾਂ ਦਾ अनुपात ही फाइंड आउट करना है, ਤਾਂ ਆਪਾਂ ਇਹਨੂੰ a1 ਮੰਨ ਲੈਣੇ ਹੈ, ਦੂਸਰੇ ਨੂੰ ਆਪਾਂ 2 ਮੰਨ ਲਾਂਗੇ। ठीक है, a2। ठीक है, ਤਾਂ ਇਹ ਉਹ ਨਹੀਂ ਹੋਣਗੀਆਂ ਆਪਸ ਦੇ ਵਿੱਚ इक्वल हो गए, कटिया नहीं जाएंगे। ठीक है, आ दोनों वैल्यू तो इक्वल है, आपस ਦੇ ਵਿੱਚ कट आउट हो जाएंगे। देखो a1 ਆਪਾਂ 4 ਲੈ ਲਈਏ, ਇਹਨੂੰ 9 ਲੈ ਲਈਏ, a2 ਨੂੰ 9 ਲੈ ਲੈਂਦੇ हैं, तो इतने 4 * 4 आ जाऊगा, तो इतने 9 * 9 आ जाऊगा। ठीक है, तो ये बन जाऊगा अपना 16:81, यानी कि ए ऑप्शन अपना
ਕਰੈਕਟ ਬਣ ਜੂਗਾ ਇੱਥੋਂ। ਚਲੋ ਜੀ ਆਪਾਂ ਅਗਲੇ ਪਾਰਟ ਤੇ ਚੱਲਦੇ ਹਾਂ। देखो अगला क्वेश्चन की कहता है, इतने फिर 10 मिर्चां की गल हो रही है, ठीक है, लिखे गोले। तो उत्थे पूछा गया है कि मध्यमान, ठीक है। हुण देखो मीडियन पूछा गया है, सानू मध्यमान पूछा गया है। मध्यमान का फार्मूला की हुंदा है, देखते हैं आपां। मध्यमान का फार्मूला हुंदा है, इत्थे देखो जी मध्यमान पूछा सी ना अपने तो, इहदा हुंदा है मतलब मीन, ठीक है। मीन फाइंड आउट करना है। तुसी की करना है, टोटल इन्हां दे सारियां जिन्नियां भी ऑब्जरवेशन दित्तियां इन्हां दा सम लै लो ते टोटल नंबर ऑफ ऑब्जरवेशन नाल डिवाइड कर दो, ठीक है। ते इन्हां सारियां दा आपां सम करना है जी आपस दे विच, ठीक है। फिर इहनूं डिवाइड कर देना है, डिवाइड बाय 10, क्योंकि टोटल नंबर ऑफ ऑब्जरवेशन अपने कोल कितनी है 10। ते 2 ते 3 5 4 9, 9 ते 5 14, 14 ते 15, 15 ते 3 18, 18 ते 3 21, 18 ते 21, 21 ते 4 25 ते 3 25 ਤੇ 3 28, ठीक है। नंबर ऑफ टोटल नंबर ऑफ ऑब्जरवेशन कितने आ जाएंगे 10, यानी कि थोड़ा आंसर की आ जाना 2.8, ठीक है। मीन कड्ढण ਦਾ ਫਾਰਮੂਲਾ ਇਹ ਹੁੰਦਾ ਹੈ, ਮੱਧਮਾਨ ਨੂੰ ਸੌਰੀ ਮੀਨ ਕਹਿੰਦੇ ਹੈਗੇ, ਪਹਿਲਾਂ ਮੇਰੇ ਤੋਂ ਗਲਤੀ ਨਾਲ ਮੀਡੀਅਨ ਬੋਲਿਆ ਗਿਆ ਸੀ ਜੀ, ਮੀਨ ਕਹਿੰਦੇ ਹੈ, ਠੀਕ ਹੈ। ਤੇ ਅੱਗੇ ਚੱਲਦੇ ਹਾਂ ਆਪਣੇ ਨੈਕਸਟ ਕੁਐਸਚਨ ਦੇ ਉੱਤੇ। ਆਪਾਂ ਨੂੰ PE ਯਾਨੀ ਕਿ ਪ੍ਰੋਬੈਬਿਲਿਟੀ ਦੇ ਰੱਖੀ ਹੈ ਕਿ ਕਿਸੇ ਕੰਮ ਦੀ ਸੰਭਾਵਨਾ ਦੇ ਰੱਖੀ ਹੈ 0.05, ਤੇ ਸਾਡੇ ਤੋਂ ਪੁੱਛਿਆ ਗਿਆ ਹੈ ਕਿ ਉਹਦੇ ਨਾ ਹੋਣ ਦੀ ਸੰਭਾਵਨਾ ਕਿੰਨੀ ਹੈ। ਦੇਖੋ ਜੀ ਕਿਸੇ ਵੀ ਕੰਮ ਦੇ ਹੋਣ ਦੀ ਸੰਭਾਵਨਾ ਤੇ ਉਹਦੇ ਨਾ ਹੋਣ ਦੀ ਸੰਭਾਵਨਾ ਦਾ ਜਿਹੜਾ ਜੋੜ ਹੁੰਦਾ ਹੈ ਉਹ ਹਮੇਸ਼ਾ 1 ਹੁੰਦਾ ਹੈ, ਠੀਕ ਹੈ ਜੀ। ਇਹ ਤੁਸੀਂ ਹਮੇਸ਼ਾ ਹੀ ਯਾਦ ਰੱਖਣਾ ਹੈ, ਪ੍ਰੋਬੈਬਿਲਿਟੀ ਆਫ ਕਿਸੇ ਵੀ ਕੰਮ ਦੇ ਹੋਣ ਦੀ ਤੇ ਨਾ ਹੋਣ ਦੀ, ਠੀਕ ਹੈ। ਉਹਨਾਂ ਦਾ ਜਿਹੜਾ ਜੋੜ ਹੁੰਦਾ ਉਹ 1 ਦੇ ਬਰਾਬਰ ਹੁੰਦਾ। ਹੁਣ ਦੇਖੋ ਜੀ ਸਾਨੂੰ ਆ ਦੇ ਰੱਖਿਆ ਹੈ ਇਹ 0.05 ਦੇ ਰੱਖਿਆ ਹੈ, ਠੀਕ ਹੈ। ਤੇ ਨਾ ਹੋਣ ਦੀ ਸਾਡੇ ਤੋਂ ਪ੍ਰੋਬੈਬਿਲਿਟੀ ਪੁੱਛੀ ਹੈ, ਇਹਦਾ ਮਤਲਬ ਨਾ ਹੋਣਾ ਹੀ ਹੈ। ਜਦੋਂ ਆਪਾਂ ਈ ਦੇ ਉੱਪਰ ਬਾਰ ਲਾ ਦਿੰਨੇ ਆ ਤਾਂ ਇਹਦਾ ਮਤਲਬ ਨਾ ਹੋਣਾ, ठीक है, नेगेटिव, ठीक है। ਇਹਦਾ 1 ਮਾਈਨਸ ਇਹਦੇ ਇਕੁਅਲ 1 ਦੇ ਆਊਗੀ, ਤਾਂ ਯਾਨੀ ਕਿ PE ਬਾਰ ਜਿਹੜਾ ਹੈ ਉਹ ਆਪਣੇ ਕੋਲੇ 1 ਮਾਈਨਸ 0.05 ਹੋ ਜਾਊਗਾ, ਠੀਕ ਹੈ। ਤੇ ਇੱਥੇ ਆਪਾਂ ਇਹਨੂੰ ਇਹਦੇ ਚੋਂ ਮਾਈਨਸ ਕਰਨਾ ਹੈ, ਠੀਕ ਹੈ। ਇਹ ਆ ਜਾਊਗਾ ਕਿੰਨਾ ਆ ਜਾਊਗਾ ਜੀ ਆਪਣਾ, ਇੱਧਰ ਦੇਖੋ ਜੀ ਇਹਨੂੰ ਆਪਾਂ ਐਂਡ ਲਿਖ ਸਕਦੇ ਹਾਂ 0 0 0, ਤੇ ਇੱਥੇ ਆ ਜਾਊਗਾ ਜੀ 5, ਤੇ ਇੱਥੇ ਆ ਜਾਊਗਾ ਆਪਣਾ 9, ਠੀਕ ਹੈ। ਇੱਥੇ ਆ ਜਾਊਗਾ ਪੁਆਇੰਟ, ठीक है, 0.95 आ जाऊगा, तो अपना ऑप्शन नंबर सी जिहड़ा है वो सही आ जाऊगा, ठीक है। एक चक्कर का व्यास 2r है, ठीक है, सानू पूरा व्यास दे रखा है 2r है। इसका घेरा फाइंड आउट करना है, घेरा की हुंदा है जी 2πr, ठीक है। सानू व्यास यानी कि d दे रखा है कितना 2r, ते r कितना हो जाऊगा 2r डिवाइड बाय 2 कर देंगे तो अपने को r आ जाऊगा, r के बराबर ही होगा, तो इत्थे r की वैल्यू 2πr ही आ जाऊगी, यानी कि इत्थे अपना जिहड़ा ऑप्शन बचूगा, इत्थे आप r की वैल्यू तो पुट करनी सी, ठीक है, वो आ है, ठीक है। तो अपने को आ जाऊगा 2πr, तो ये ऑप्शन थोड़ा सही हो जाऊगा। अगला क्वेश्चन देखते हैं, दो घाती बहुपद विच वध तो वध कितनियां सिफरां हो सकदियां हन। दो घाती बहुपद, ठीक है, ਉਹਦੇ ਵਿੱਚ ਵੱਧ ਤੋਂ ਵੱਧ ਕਿੰਨੀਆਂ ਸਿਫਰਾਂ ਹੋ ਸਕਦੀਆਂ ਹਨ जी, 2 ही हो सकती हैं सिफरां, यानी कि 0 0 की वैल्यू कितनी हो जाती है जी 2 ही होगी, ठीक है। क्योंकि अल्फा ते बीटा आप 2 ही ਇਹਦੇ ਵਿੱਚ ਉਹ ਇਹਦੇ ਕੋਆਰਡੀਨੇਟ ਜਿਹੜੇ ਹੈ रूट्स है ਉਹ ਮੰਨੇ ਜਾਂਦੇ हैं, फाइन। तो इत्थे सिर्फ 2 आंसर आपका ਜਿਹੜਾ ਹੋਊਗਾ ਉਹ करेक्ट आंसर आऊगा। ਅੱਗੇ ਚੱਲਦੇ हैं अपने अगले क्वेश्चन के उत्ते, दिते अभाज गुणनखंड विच अज्ञात संख्या का वैल्यू लिखनी है, बहुत सौखा है जी। इहनूं इहदे नाल डिवाइड करना है, इत्थे आ जाऊगा 15, यानी कि थोड़ा सी ऑप्शन करेक्ट है। दिता होया आलेख बहुपद है, इहदे विच सिफरां दी गिनती दसो। देखो जी एक्स कोऑर्डिनेट ते कितने पॉइंट कट हो रहे हैं 2 3, ठीक है, 4, इत्थे सिफरां दी गिनती कितनी हो जाऊगी जी थोड़ी 4 हो जाऊगी। अगे चलिए जी, देखो तुहानूं इक्वेशनां दे रखियां हैगियां दो, ਉਹਦੇ ਤੇ x ਤੇ y ਦਾ ਮੁੱਲ ਆਪਾਂ फाइंड आउट करना है, ठीक है। इनू थोड़ा जा सही करके लिख लो, यानी कि x माइनस वाई इक्वल टू 3 तो आपको दिता है, दूसरी सही कर लो, x बटा 3 प्लस वाई ओवर 2 इज इक्वल टू 6 है, एलसीएम ले लो जी, इत्थे आ जाऊगा 2x प्लस 3y इज इक्वल टू 36, इत्थे 6 बन के उधर जाके मल्टीप्लाई हो जाएगा। एक इक्वेशन आ है, एक अपने कोले आ वाली इक्वेशन सी, इन्हां दोवां नूं सॉल्व करना है, ठीक है जी। इनू मैं अगर 2 नाल मल्टीप्लाई करदा तो इत्थे मेरे कोले आ जाऊगा 2x प्लस 3y इज इक्वल टू 36, सॉरी इत्थे 3 है, ठीक है जी। इत्थे आ जाऊगा 2x माइनस
2y इज इक्वल टू 6 ठीक है जी ਇਹਨੂੰ ਮਾਈਨਸ ਕਰ ਦੋ ਪਲੱਸ ਹੋ ਜੂਗਾ ਆ ਵੀ ਮਾਈਨਸ ਹੋ ਜੂਗਾ ਇਹ ਕੱਟ ਹੋ ਜੂਗਾ ਜੀ ਇੱਥੇ ਤੁਹਾਡੇ ਕੋਲੇ 5y ਇਜ਼ ਇਕੁਅਲ ਟੂ ਕਿੰਨਾ ਆ ਗਿਆ ਜੀ 30 ਔਰ y ਦੀ ਵੈਲਿਊ ਕਿੰਨੀ ਆ ਗਈ ਇੱਥੇ 30 ਡਿਵਾਈਡ ਬਾਈ 5 6 ਰਾਈਟ ਹੁਣ ਦੇਖੋ ਜੀ y ਦੀ ਵੈਲਿਊ 6 ਕਿੱਥੇ ਹੈ y ਦੀ ਵੈਲਿਊ 6 ਸਿਰਫ ਇੱਕ ਹੀ ਆਪਸ਼ਨ ਦੇ ਵਿੱਚ ਹੈ ਇਹਦਾ ਮਤਲਬ ਤੁਹਾਡਾ b ਆਪਸ਼ਨ ਸਹੀ ਹੈ ਫਿਰ ਵੀ ਆਪਦੀ ਤਸੱਲੀ ਲਈ ਤੁਸੀਂ x ਦੀ ਵੈਲਿਊ ਵੀ ਕੱਢ ਸਕਦੇ ਹੋ ਦੇਖੋ ਜੀ y ਦੀ ਵੈਲਿਊ ਨੂੰ ਚੱਕ ਕੇ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਿਓ ਤੁਹਾਡੇ ਕੋਲੇ x ਦੀ ਵੈਲਿਊ ਆ ਜੂਗੀ x is minus 6 is equal to 3 यानी कि x is equal to कितना आ गया 9 ठीक है जी x ਦੀ ਵੈਲਿਊ 9 y ਦੀ ਵੈਲਿਊ 6 ਇਹੀ ਤੁਹਾਡਾ ਕਰੈਕਟ ਆਨਸਰ ਬਣੂਗਾ ਅਗਲਾ ਕੁਐਸਚਨ ਦੇਖਦੇ ਹਾਂ ਜੀ ਤੁਹਾਨੂੰ ਸਮੀਕਰਨਾਂ ਦੇ ਰੱਖੀ ਹੈ ਇੱਕ ਆਹ ਵਾਲੀ ਤੇ ਇੱਕ ਆਹ ਵਾਲੀ ਜੇਕਰ ਇਹਨਾਂ ਦੇ ਆਪਾਂ ਨੂੰ ਪ੍ਰੋਪੋਰਸ਼ਨਸ ਦੇ ਰੱਖੇ ਹੈ ਇਹ ਹੋਣ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ਇਹ ਕਿਸ ਤਰ੍ਹਾਂ ਦੀਆਂ ਰੇਖਾਵਾਂ ਬਣਦੀਆਂ ਹਨ ਆਪਾਂ ਇਹਦਾ ਆਨਸਰ ਦੱਸਣਾ ਹੈ ਇਹ ਹੁੰਦੀਆਂ ਹੈ ਜੀ ਸੰਪਾਤੀ ਰੇਖਾਵਾਂ ਜਿਹੜੀਆਂ ਕਿ ਪ੍ਰੋਪੋਰਸ਼ਨ ਦੇ ਵਿੱਚ ਹੁੰਦੀਆਂ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਸੰਪਾਤੀ ਰੇਖਾਵਾਂ ਠੀਕ ਹੈ ਜੀ ਇਹ ਕੱਟਦੀਆਂ ਨਹੀਂ ਹੁੰਦੀਆਂ ਇਹ ਸਮਾਂਤਰ ਵੀ ਨਹੀਂ ਹੁੰਦੀਆਂ ਇਹ ਸੰਪਾਤੀ ਹੁੰਦੀਆਂ ਯਾਨੀ ਕਿ ਪ੍ਰੋਪੋਰਸ਼ਨ ਦੇ ਵਿੱਚ ਹੁੰਦੀਆਂ ਹੈਗੀਆਂ ਠੀਕ ਹੈ ਜਿਵੇਂ ਕਿ ਮੈਂ ਤੁਹਾਨੂੰ ਇੱਕ ਟ੍ਰਾਇੰਗਲ ਦੇ ਵਿੱਚ ਦੱਸਿਆ ਸੀਗਾ ਪਿੱਛੇ ਜਿਵੇਂ ਜਦੋਂ ਦੋ ਟ੍ਰਾਇੰਗਲ ਸਿਮਿਲਰ ਹੋਣ ਤਾਂ ਇਹ ਆਹ ਵਾਲੀ ਜਿਹੜੀ ਪ੍ਰੋਪੋਰਸ਼ਨ ਦੇ ਵਿੱਚ ਇਹਦੇ ਪ੍ਰੋਪੋਰਸ਼ਨ 'ਚ ਲਿਖੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਹੁੰਦੀਆਂ ਠੀਕ ਹੈ ਦੋ ਘਾਤੀ ਸਮੀਕਰਨ ਅਗਲਾ ਕੁਐਸਚਨ ਆਪਣਾ ਹੈ ਇੱਥੇ ਆਪਾਂ ਥੋੜਾ ਜਿਹਾ ਸਪੇਸ ਬਣਾ ਲੈਂਦੇ ਆ ਠੀਕ ਹੈ ਜੀ ਚਲੋ ਅੱਗੇ ਚੱਲਦੇ ਹਾਂ ਦੋ ਘਾਤੀ ਸਮੀਕਰਨ ਜਿਹੜੀ ਆਪਾਂ ਨੂੰ ਇਹ ਦੇ ਰੱਖੀ ਹੈ ਇਹਦਾ ਡਿਟਰਮੀਨੈਂਟ ਕੀ ਹੁੰਦਾ ਹੈ ਡਿਟਰਮੀਨੈਂਟ ਹੁੰਦਾ ਹੈ b² - 4ac ਇਹਦੀ ਵੈਲਿਊ ਰੱਖੋ ਜੀ b ਦੀ ਵੈਲਿਊ ਕਿੰਨੀ ਹੈ ਇੱਥੇ ਜੀ -6 ਦਾ ਸਕੁਅਰ -4 * 2 * 5 ਯਾਨੀ ਕਿ 36 - 8 8 39 40 ਠੀਕ ਹੈ ਯਾਨੀ ਕਿ ਤੁਹਾਡਾ ਆਨਸਰ ਕਿੰਨਾ ਆ ਜਾਊਗਾ -4 राइट देखो 36 हो गया 6 * 6 36 हो गया 4 2 8 8 5 40 ठीक है तो ये आ गई -4 जी सी ऑप्शन ਤੁਹਾਡਾ ਕਰੈਕਟ ਆਨਸਰ ਹੈ ਹੁਣ ਜੀ ਤੁਹਾਨੂੰ ਏਪੀ ਦੇ ਰੱਖੀ ਹੈ ਇਹਦਾ ਅਗਲਾ ਪਦ ਕੀ ਹੋਊਗਾ ਸਾਨੂੰ ਆਪਾਂ ਨੂੰ ਨੈਕਸਟ ਪੁੱਛਿਆ ਹੈ ਇੱਥੇ ਕੀ ਆਊਗਾ ਦੇਖੋ ਜੀ ਏਪੀ ਹੈ ਇਹਦਾ ਫਰਸਟ ਹੈ 3 ਹੈ ਇਹਦਾ ਕਾਮਨ ਡਿਫਰੈਂਸ ਆ ਅਗਲਾ ਪਦ ਵੈਸੇ ਤਾਂ ਆਪਾਂ ਇਹਨੂੰ ਨਾਰਮਲੀ ਹੀ ਸੋਲਵ ਕਰ ਸਕਦੇ ਹਾਂ ਕਿਵੇਂ ਜੀ ਦੇਖੋ ਇਹਨੂੰ ਥੋੜਾ ਜਿਹਾ ਦੇਖੋ ਇਹਨਾਂ ਦਾ ਡਿਫਰੈਂਸ ਕੀ ਹੁੰਦਾ ਹੈ ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਚੈੱਕ ਕਰ ਸਕਦੇ ਹਾਂ ਠੀਕ ਹੈ ਦੇਖੋ 15 - 3 यानी कि डिफरेंस कितना आया 12 ਦਾ ठीक है फिर देखो 27 - 3 सॉरी 15 27 - 15 ਇਹਦਾ ਵੀ ਡਿਫਰੈਂਸ ਕਿੰਨਾ ਆ ਗਿਆ ਜੀ 12 ਦਾ ਯਾਨੀ ਕਿ 12 12 ਦਾ ਡਿਫਰੈਂਸ ਆ ਰਿਹਾ ਯਾਨੀ ਕਿ ਅੱਗੇ ਆਪਾਂ ਅਗਰ ਇੱਥੇ 12 ਪਲੱਸ ਕਰ ਦਈਏ ਹੋਰ ਤਾਂ ਆਪਾਂ ਨੂੰ ਨੈਕਸਟ ਵੈਲਿਊ ਮਿਲ ਜਾਊਗੀ ਤੇ ਨੈਕਸਟ ਵੈਲਿਊ ਕਿੰਨੀ ਹੋ ਜਾਊਗੀ 9 ਤੇ ਇਹ 39 ਰਾਈਟ तो बी ऑप्शन ਤੁਹਾਡਾ ਕਰੈਕਟ ਆਊਗਾ y ਧੁਰੇ ਤੇ ਮੌਜੂਦ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਕੀ ਹੋਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਗਰ y ਕੋਆਰਡੀਨੇਟ ਦੀ ਗੱਲ ਕੀਤੀ ਹੈ ਉਹਦੇ ਉੱਤੇ ਜਿਹੜਾ x ਹੈ ਉਹ ਹਮੇਸ਼ਾ 0 ਆਊਗਾ ਤੇ y ਦੀ ਵੈਲਿਊ ਕੁਛ ਨਾ ਕੁਛ ਆਊਗੀ ਠੀਕ ਹੈ ਤਾਂ b ਆਪਸ਼ਨ ਤੁਹਾਡਾ ਕਰੈਕਟ ਹੈ ਅਗਰ ਤੁਹਾਡੇ ਤੋਂ x ਬਾਰੇ ਪੁੱਛਿਆ ਜਾਂਦਾ ਤਾਂ x ਦੀ ਕੋਈ ਨਾ ਕੋਈ ਵੈਲਿਊ ਹੁੰਦੀ ਤੇ y ਕੋਆਰਡੀਨੇਟ 0 ਹੁੰਦਾ ਹੈ ਠੀਕ ਹੈ ਜੀ ਚਲੋ ਨੈਕਸਟ ਚੱਲਦੇ ਹਾਂ अगला है 1 - sin a ਸਕੁਅਰ ਪਹਿਲਾਂ ਵੀ ਕਰਾਇਆ ਸੀ cos ਸਕੁਅਰ a ਦੇ ਬਰਾਬਰ ਹੁੰਦਾ ਹੈ ਠੀਕ ਹੈ ਹੁਣ ਦੇਖੋ ਜੀ ਇੱਥੇ ਆਪਾਂ ਨੂੰ sin a ਦਾ ਮੁੱਲ ਪੁੱਛ ਲਿਆ ਨੈਕਸਟ ਕੁਐਸਚਨ ਦੇ ਵਿੱਚ abc ਇੱਕ ਦਿੱਤਾ ਹੈ ਉਹਦੇ ਵਿੱਚ ਇਹ ਟ੍ਰਾਇੰਗਲ ਹੈ ਤਾਂ sin a ਦੀ ਵੈਲਿਊ ਪੁੱਛੀ ਗਈ ਹੈ ਸਭ ਤੋਂ ਪਹਿਲਾਂ ਸਾਨੂੰ ac ਫਾਈਂਡ ਆਊਟ ਕਰਨਾ ਪਊਗਾ ਕਿਉਂਕਿ ਸਾਨੂੰ ਪਤਾ ਹੈ ਜੋ sin a ਹੁੰਦਾ ਹੈ ठीक है ਉਹ ਕੀ ਹੁੰਦਾ ਹੈ ਆਪਣਾ l ਬਟਾ ਲੰਬ ਬਟਾ ਕਰਨ ठीक है यानी कि लंब परपेंडिकुलर अपॉन हाइपोटेनियस ठीक है तो सानू ਇਹਦੀ वैल्यू फाइंड आउट करनी पऊगी ठीक है AC अपना कितना आ जाऊगा जी इथों AB ਦਾ ਸਕੁਅਰ प्लस BC ਦਾ ਸਕੁਅਰ ठीक है AB कितना है जी AB है 3 ਦਾ ਸਕੁਅਰ प्लस 4 ਦਾ ਸਕੁਅਰ यानी कि 9 प्लस 16 यानी कि ਤੁਹਾਡਾ ਆ ਜਾਊਗਾ 25 ठीक है जी इथों AC ਸਕੁਅਰ है AC ਦੀ ਵੈਲਿਊ ਕਿੰਨੀ ਆ ਜਾਏਗੀ 5 ठीक है ਇਹ ਸਾਡੇ ਕੋਲੇ 5 ਹੋ ਗਿਆ sin A ਕਿੰਨਾ ਬਣ ਜਾਊਗਾ ਜੀ sin A ਬਣ ਜਾਊਗਾ ਸਾਡਾ ਲੰਬ यानी कि 4/5 ਬਣ ਜਾਊਗਾ ਠੀਕ ਹੈ 4/5 ਕਿਹੜਾ ਆਪਸ਼ਨ ਹੈ ਸੀ ਆਪਸ਼ਨ ਤੁਹਾਡਾ ਕਰੈਕਟ ਬਣੂਗਾ r ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਦੱਸੋ ਠੀਕ ਹੈ ਫਿਰ ਉਹੀ ਸੇਮ ਕੁਐਸਚਨ ਗੋਲਾ ਯਾਨੀ ਕਿ ਸਫੀਅਰ ਦਾ ਜਿਹੜਾ ਖੇਤਰਫਲ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ r ਅਰਧ ਵਿਆਸ 4πr ਸਕੁਅਰ ਹੋ ਜਾਊਗਾ ਠੀਕ ਹੈ ਇਹੀ ਹੁੰਦਾ ਹੈ ਜੀ ਸਫੀਅਰ ਦਾ ਅਰਧ ਵਿਆਸ ਯਾਨੀ ਕਿ ਰੇਡੀਅਸ r ਹੈ ਤੇ ਖੇਤਰਫਲ ਦੱਸਣਾ ਹੈ ਠੀਕ ਹੈ ਜੀ ਚਲੋ ਅਗਲਾ ਚੱਲਦੇ ਹਾਂ ਹੇਠ ਲਿਖੇ ਰੇਖਾ ਵਿੱਚ ਰੇਖਾ AB ਹੇਠ ਲਿਖਿਆਂ ਵਿੱਚੋਂ ਕਿਸ ਨੂੰ ਦਰਸਾਉਂਦੀ ਹੈ ਠੀਕ ਹੈ
ਜਿਹੜੀ ਹੈ ਆਹ ਵਾਲੀ ਇਸ ਡਾਇਗਰਾਮ ਨੂੰ ਦੇਖੋ ਜੀ, AB ਰੇਖਾ ਉਹ ਕੀ ਹੈ ਜੀ, ਇਹ ਸਾਡੀ ਟੈਂਜੈਂਟ ਹੈ, ਬਿਲਕੁਲ ਟੈਂਜੈਂਟ ਹੈ ਨਾ ਜੀ, ਸਰਕਲ ਨੂੰ ਟੱਚ ਕਰ ਰਹੀ ਹੈ, ਯਾਨੀ ਕਿ ਇਹ ਸਾਡੀ ਕਿਹੜੀ ਹੈ, ਸਪਰਸ਼ ਰੇਖਾ। ਇਹ ਛੇਦਕ ਰੇਖਾ ਨਹੀਂ ਗੀ, ਛੇਦਕ ਰੇਖਾ ਦੀ ਆਪਸ ਕੱਟਦੀ ਹੁੰਦੀ ਹੈ, ਇੰਟਰਸੈਕਟ ਹੁੰਦੀ ਹੈ। ਵਿਆਸ ਸਾਡਾ ਜਿਹੜਾ ਹੁੰਦਾ ਹੈ ਉਹ ਆਹ ਵਾਲਾ ਹੁੰਦਾ ਹੈ ਪੁਆਇੰਟ, ਜਿਹੜਾ ਸੈਂਟਰ ਦੇ ਵਿੱਚੋਂ ਹੋकर ਗੁਜ਼ਰੇ ਤੇ AB ਕੋਈ ਅੰਦਰ ਇੱਕ ਲਾਈਨ ਬਣਾਵੇ, ਠੀਕ ਹੈ। ਅਰਧ ਵਿਆਸ ਤੁਹਾਨੂੰ ਪਤਾ ਰੇਡੀਅਸ ਹੀ ਹੁੰਦੀ ਹੈ। ਅਗਲਾ ਕੁਐਸਚਨ ਚੱਲਦੇ ਹਨ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸਮਕੋਣ त्रिभुज ਦੀਆਂ ਭੁਜਾਵਾਂ ਹਨ। ਦੇਖੋ ਜੀ, ਸਮਕੋਣ त्रिभुज ਦੀਆਂ ਭੁਜਾਵਾਂ ਮਤਲਬ ਉੱਥੇ ਪਾਇਥਾਗੋਰਸ ਥਿਓਰਮ ਲੱਗਣੀ ਚਾਹੀਦੀ ਹੈ। ਸਮਕੋਣ त्रिभुज ਦਾ ਮਤਲਬ ਇਹੀ ਹੁੰਦਾ ਹੈ ਜਿਹੜਾ ਤੁਹਾਡਾ ਕਰਨ ਦਾ ਸਕੁਅਰ ਹੈ, ਯਾਨੀ ਕਿ ਜੇ ਮੰਨ ਲਓ ਜੇ A B ਤੇ ਆਹ C ਹੈ ਆਪਣਾ, ਠੀਕ ਹੈ, ਤਾਂ ਯਾਨੀ ਕਿ ਜਿਹੜਾ BC ਦਾ ਸਕੁਅਰ ਹੈ ਉਹ AC ਦੇ ਸਕੁਅਰ ਪਲੱਸ AB ਦੇ ਸਕੁਅਰ ਦੇ ਬਰਾਬਰ ਹੋਣਾ ਚਾਹੀਦਾ ਹੈ। ਤਾਂ ਇਹਨਾਂ ਦੇ ਵਿੱਚੋਂ ਦੇਖੋ ਜੀ ਚੱਕ ਕੇ ਕਿਹੜੀਆਂ ਤੁਹਾਡੀਆਂ ਸਮਕੋਣ त्रिभुज बन रहा है, यानी कि दो रेखावां दा जिहड़ा स्केयर करके तीजी रेखा बन रही है। देखो अगर मैं 12 का स्केयर करा 144 आ जाऊगा और 5 का स्केयर करा 25 आ जाऊगा। तो दूजे पासे देखो जी तीसरी रेखा केड़ी है 13 का स्केयर कितना होंदा 169। आ भी देखो जी ये 169 इज इक्वल टू 169 हो गया। ਇਹਦਾ मतलब ਇਹ ਤੁਹਾਡੇ ਸਮਕੋਣ त्रिभुज ਦੀਆਂ ਭੁਜਾਵਾਂ ਹਨ। ठीक है, ਤੁਸੀਂ ਇਹੀ ਚੈੱਕ ਕਰਨਾ ਹੈ ਜਿਹੜੀ ਸਭ ਤੋਂ ਵੱਡੀ ਭੁਜਾ ਹੈ ਉਹਦਾ ਸਕੁਅਰ ਦੂਜੀਆਂ ਦੋਵਾਂ ਭੁਜਾਵਾਂ ਦੇ ਸਕੁਅਰ ਦੇ ਸਮ ਦੇ ਬਰਾਬਰ ਹੋਣਾ ਚਾਹੀਦਾ ਹੈ। ਠੀਕ ਹੈ, ਤੁਸੀਂ ਉਹਨਾਂ ਚੋਂ ਕੋਈ ਵੀ ਟਰਾਈ ਕਰਕੇ ਦੇਖ ਲਓ, ਇਕੁਅਲ ਨਹੀਂ ਆਏਗਾ, ਸਿਰਫ ਇਸੇ ਦਾ ਹੀ ਇਕੁਅਲ ਬਣ ਰਿਹਾ ਹੈ। ਇਹੀ ਇਸ ਕੁਐਸਚਨ ਨੂੰ ਕਰਨ ਦਾ ਸ਼ਾਰਟਕਟ ਮੈਥਡ ਵੀ ਹੈ। ਠੀਕ ਹੈ, ਔਰ ਇਹ ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਹੁੰਦਾ ਉਹ ਸਿਰਫ ਉਹਦੇ ਤੇ ਸਿਰਫ ਪਾਇਥਾਗੋਰਸ ਥਿਓਰਮ ਹੀ ਅਪਲਾਈ ਹੁੰਦੀ ਹੈ। ਚਲੋ ਨੈਕਸਟ ਚੱਲਦੇ ਹਾਂ। ਅਗਲਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਲਕ ਦੇ ਲਈ ਠੀਕ ਹੈ। ठीक है, ਕਿਹੜੀ ਜਿਹੜੀ ਇਕੁਏਸ਼ਨ ਹੈ ਉਹ ਬਹੁਲਕ ਦੇ ਲਈ ਠੀਕ ਮੰਨੀ ਜਾਂਦੀ ਹੈ। ਤੇ ਇਹਨਾਂ ਵਿੱਚੋਂ ਆਪਸ਼ਨ ਬਣਦਾ ਹੈ ਸੀ ਆਪਸ਼ਨ, ਤੁਹਾਡਾ ਬਿਲਕੁਲ ਸਹੀ ਹੈ ਸੀ ਆਪਸ਼ਨ। ਠੀਕ ਹੈ ਜੀ, ਕਿਉਂਕਿ ਜਿਹੜਾ ਬਹੁਲਕ ਹੁੰਦਾ ਮੋਡ ਹੁੰਦਾ ਹੈ ਉਹ ਇਕੁਅਲ ਹੁੰਦਾ ਹੈ 3 ਗੁਣਾ ਮੱਧਿਕਾ, यानी कि मीडियन 3 इंटू मीडियन। ठीक है, मीडियन माइनस 2 इंटू मध्यमान यानी कि मीन। ठीक है, ਇਹਦੇ ਇਕੁਅਲ ਹੁੰਦਾ ਹੈ, ਇਹ ਹੁੰਦਾ ਹੈ ਆਪਣਾ ਮੋਡ। ਇੰਗਲਿਸ਼ ਦੇ ਵਿੱਚ ਵੀ ਮੈਂ ਤੁਹਾਡੇ ਲਈ ਲਿਖਤਾ। ਠੀਕ ਹੈ, ਅਗਲਾ ਕੁਐਸਚਨ ਦੇਖਦੇ ਹਾਂ, ਇਹਨਾਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ। ਦੇਖੋ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ, ਕਿਸੇ ਘਟਨਾ ਦੀ ਹੋਣ ਦੀ ਸੰਭਾਵਨਾ ਕਦੇ ਵੀ ਨੈਗੇਟਿਵ ਨਹੀਂ ਹੁੰਦੀ। ਤਾਂ ਬੀ ਆਪਸ਼ਨ ਤੁਹਾਡਾ ਕਰੈਕਟ ਹੈ। ਪੋਜ਼ਿਟਿਵ ਹੋ ਸਕਦੀ ਹੈ, ਪਰਸੈਂਟੇਜ ਹੋ ਸਕਦੀ ਹੈ, ਡੈਸੀਮਲ ਹੋ ਸਕਦੀ ਹੈ, ਲੇਕਿਨ ਜੋ ਨੈਗੇਟਿਵ ਹੈ ਉਹ ਤੁਹਾਡੀ ਕਦੇ ਨਹੀਂ ਹੋ ਸਕਦੀ। ਤਾਂ ਮਤਲਬ ਤੁਹਾਡਾ ਜਿਹੜਾ क्वेश्चन ਦੇ ਅਕੋਰਡਿੰਗ ਨਹੀਂ ਹੋ ਸਕਦੀ, ਇਹ ਆਪਸ਼ਨ ਸਾਡਾ ਸਹੀ ਆਪਸ਼ਨ ਹੈ, ਬਾਕੀ ਸਾਰੇ ਆਪਸ਼ਨ ਸਾਡੇ ਗਲਤ ਹੈ। ਠੀਕ ਹੈ, ਅਗਲਾ ਦੇਖੀਏ, ਅਰਧ ਵਿਆਸ r ਵਾਲੇ ਚੱਕਰ ਦੇ ਇੱਕ ਅਰਧ ਵਿਆਸੀ ਖੰਡ ਜਿਸ ਦਾ ਕੋਣ ਥੀਟਾ ਹੈ ਦਾ ਖੇਤਰਫਲ ਕੀ ਹੋਏਗਾ। ਠੀਕ ਹੈ, देखिए अर्ध व्यास r यानी कि रेडियस r है, थीटा साडे कोले कोण जिहड़ा है ਉਹ थीटा है। ਇਹਦਾ ਆਪਸ਼ਨ ਜੀ ਤੁਹਾਡਾ ਆਊਗਾ ਡੀ ਕਰੈਕਟ ਆਪਸ਼ਨ। ਠੀਕ ਹੈ, ਇਹ ਫਾਰਮੂਲਾ ਹੈ ਜੀ ਤੁਹਾਡੇ। ठीक है, थीटा अपॉन 360 डिग्री इंटू पाई आर स्क्वायर। ठीक है, ये खेत्रफल ज्ञात करने का फार्मूला है किसी अर्ध व्यास वाले चक्कर का। ठीक है, जिथे तुहानू अर्क दिती हुंदी है। ओके जी, चलो अगला चलते हैं। बहुपद सानू दे रखा है, ਇਹਦੀਆਂ ਸਿਫਰਾਂ ਹਨ, ਇਹਦੇ